ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਅੱਜ ਦਾ ਦਿਨ ਵੀ ਬੇਹੱਦ ਸਰਗਰਮੀ ਵਾਲਾ ਰਹਿਣ ਵਾਲਾ। ਪੰਜਾਬ ਦੀ ਰਾਜਧਾਨੀ ਕਾਹਦੀ ਅਧੂਰੀ ਜੀ ਹੈ, ਪਰ ਉੱਥੇ ਸਰਗਰਮੀਆਂ ਕਹਿੰਦੇ ਪੂਰਾ ਦਿਨ ਰਹਿਣ ਵਾਲੀਆਂ ਨੇ। ਬੀਤੇ ਕੱਲ ਜਦੋਂ ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਨੂੰ ਮਿਲਦੇ ਆ ਔਰ ਕਿਹਾ ਜਾ ਰਿਹਾ ਕਿ ਉਹਨਾਂ ਨੇ ਇਨਸਿਸਟ ਕੀਤਾ ਮੈਨੂੰ ਤੁਰੰਤ ਪੱਤਰ ਜਾਰੀ ਕਰੋ ਪ੍ਰਧਾਨਗੀ ਵਾਲਾ, ਲੇਕਿਨ ਉਹਨਾਂ ਨੂੰ ਸਮਝਾਇਆ ਗਿਆ ਕਿ ਧੜੇਬੰਦੀ 'ਚ ਅੱਗੇ ਨਾ ਵਧੋ, ਤੁਸੀਂ ਪੂਰੇ ਪ੍ਰਦੇਸ਼ ਤੇ ਪ੍ਰਧਾਨ ਹੋਣਾ ਹੈ। ਤੁਸੀਂ ਇੱਕ ਧੜੇ ਨਾਲ ਰਲ ਕੇ ਜਿਹੜਾ ਮੈਸੇਜ ਦਿੱਤਾ ਹੈ ਉਹਦਾ ਸੰਕੇਤ ਅੱਛਾ ਨਹੀਂ ਗਿਆ, ਉਹਦੇ ਨਾਲ ਧੜੇਬੰਦੀ ਵਧੀ ਹੈ। ਦੂਜੇ ਬੰਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਖੀ ਚਿੱਠੀ ਦਾ ਬੜਾ ਜ਼ਿਕਰ ਹੈ। ਇਹ ਵੀ ਮੈਂ ਪੁੱਛਣਾ ਹੈ ਤੁਹਾਡੇ ਕੋਲੋਂ ਕਿ ਆਖਰ ਜਿਹੜਾ ਜ਼ਿਕਰ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਆ ਕਿ ਕਾਂਗਰਸ 'ਚ ਫੁੱਟ ਪੈ ਜਾਊਗੀ, ਪੁਰਾਣੇ ਕਾਂਗਰਸੀ ਨਾਰਾਜ਼ ਹੋ ਗਏ ਨੇ, ਉਹ ਕਿਹੜੇ ਕਾਂਗਰਸੀ ਨੇ ਜਿਹੜੇ ਨਾਰਾਜ਼ ਹੋ ਗਏ ਜਾਂ ਜਿਹੜੇ ਛੱਡ ਕੇ ਜਾ ਸਕਦੇ, ਜਿਨ੍ਹਾਂ ਸੰਬੰਧੀ ਰਾਹੁਲ ਗਾਂਧੀ ਫਿਕਰ ਵੀ ਜ਼ਾਹਰ ਕਰਦੇ, ਨਾਲ ਚੇਤਾਵਨੀ ਵੀ ਦਿੰਦੇ ਜਿਹਨੇ ਜਾਣਾ ਚਲੇ ਜਾਵੇ। ਤੀਜੀ ਗੱਲ ਜਿਹੜੀ ਉਸ ਤੋਂ ਅੱਗੇ ਵੱਧਦੇ ਆ ਕਿ ਜੇ ਅੱਜ ਹਰੀਸ਼ ਰਾਵਤ ਚੰਡੀਗੜ੍ਹ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਤਾਂ ਮੈਂ ਨਾ ਮਾਨੂੰ ਦੀ ਰੱਟ ਲਾਈ ਬੈਠੇ ਕੈਪਟਨ ਕਿਸ ਸ਼ਰਤ ਤੇ ਮੰਨਣ ਲਈ ਤਿਆਰ ਹੋਣਗੇ ਜਾਂ ਮੰਨਣਗੇ ਵੀ ਕਿ ਨਹੀਂ। ਲੇਕਿਨ ਸਭ ਤੋਂ ਅਹਿਮ ਸਵਾਲ ਅੱਜ ਦਾ ਕਿ ਕੀ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦਾ, ਜਿਹਨੂੰ ਕਹਿੰਦੇ ਹੁੰਦੇ ਆਖਰੀ ਕਿੱਲ ਠੁਕਣਾ, ਉਹ ਆਖਰੀ ਕਿੱਲ ਠੁਕ ਗਿਆ ਹਾਈ ਕੋਰਟ ਦੇ ਵਿੱਚ ਜਦੋਂ ਬੇਹੱਦ ਨਮੋਸ਼ੀਜਨਕ ਟਿੱਪਣੀ ਨਸ਼ਿਆਂ ਦੇ ਮਾਮਲੇ 'ਚ, ਭੋਲਾ ਡਰੱਗ ਕੇਸ ਦੇ ਮਾਮਲੇ 'ਚ ਮਿਲ ਗਈ। ਜਿਹੜੇ ਮੁੱਦਿਆਂ ਦੇ ਉੱਤੇ 18 ਨੁਕਾਤੀਆਂ 'ਚ ਪਹਿਲੇ ਦੋਵਾਂ 'ਚ ਆਉਂਦਾ ਉਹ ਨਸ਼ੇ ਦਾ ਮਾਮਲਾ, ਜਿੱਥੇ ਗੁਟਕਾ ਸਾਹਿਬ ਦੀ ਸਹੁੰ ਵੀ ਪਈ ਆ ਨਾਲ, ਇਹ ਸਾਰੇ ਮਸਲਿਆਂ ਦੇ ਵਿੱਚ ਬਹੁਤ ਨਮੋਸ਼ੀ ਚੱਲਣੀ ਪਈ ਆ ਕਿ ਪ੍ਰਦੇਸ਼ ਕਾਂਗਰਸ ਸਰਕਾਰ ਨੇ ਪੂਣੀ ਨਹੀਂ ਕੱਤੀ ਪਿਛਲੇ ਸਮੇਂ 'ਚ, ਇਨਵੈਸਟੀਗੇਸ਼ਨ ਦੇ ਨਾਂ ਤੇ ਕੁਝ ਨਹੀਂ ਹੋਇਆ। ਇਹ ਹਾਈ ਪ੍ਰੋਫਾਈਲ ਕੇਸ ਜਿਹੜਾ ਸਗੋਂ ਪ੍ਰਕਾਸ਼ ਸਿੰਘ ਬਾਦਲ ਨੇ ਹੱਥ 'ਚ ਲੈ ਕੇ ਆਪਣੇ ਹੀ ਕਈ ਬੰਦੇ ਨੰਗੇ ਕਰਤੇ ਸੀ, ਕੈਪਟਨ ਅਮਰਿੰਦਰ ਸਿੰਘ ਉਹ ਨੰਗ ਕੱਜਦੇ ਨਜ਼ਰ ਆਏ। ਸੋ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰੂੰਗਾ ਕਿ ਕੱਲ ਸਿੱਧੂ ਨੂੰ ਇਹ ਕਿਹਾ ਗਿਆ ਕਿ ਭਾਈ ਸੰਭਲ ਕੇ ਚੱਲ, ਕਿ ਕੈਪਟਨ ਅਮਰਿੰਦਰ ਸਿੰਘ ਦੀ ਲਿਖੀ ਚਿੱਠੀ ਦਾ ਅਸਰ ਕੋਈ ਹੈ ਜਾਂ ਅੱਜ ਹਰੀਸ਼ ਰਾਵਤ ਮਿਲਣਗੇ ਤਾਂ ਕੀ ਹੋਊਗਾ? ਰੰਧਾਵਾ ਜੀ, ਇੱਕ ਚੀਜ਼ ਹੈ ਕਿ ਸਿੱਧੂ ਨੂੰ ਕਿਹਾ ਗਿਆ ਜਾਂ ਨਹੀਂ ਕਿਹਾ ਗਿਆ, ਵੈਸੇ ਹੀ ਉਹਨਾਂ ਨੂੰ ਚਾਹੀਦਾ ਇੱਕ ਮੈਚੁਰ ਪੋਲੀਟੀਸ਼ੀਅਨ ਦੇ ਤੌਰ ਤੇ ਕਿ ਕੋਈ ਵੀ ਗੱਲ ਉਹ ਮੀਡੀਆ 'ਚ ਕਰਨ ਤੋਂ ਪਹਿਲਾਂ ਇਹ ਕਈ ਵਾਰੀ ਸੋਚਣ ਕਿ ਉਹਦਾ ਅਸਰ ਕੀ ਹੋਊਗਾ। ਕਿਉਂਕਿ ਜਦੋਂ ਇੱਕ ਪਲੇਟਫਾਰਮ ਤੇ ਔਰ ਇੰਨੇ ਸੀਨੀਅਰ ਪਲੇਟਫਾਰਮ ਤੇ ਕੋਈ ਗੱਲ ਚੱਲ ਰਹੀ ਹੋਵੇ, ਉਹਨੂੰ ਜਨਤਕ ਕਰਨਾ ਜਾਂ ਉਹਦੇ ਬਾਰੇ ਖੁਲਾਸੇ ਬਾਹਰ ਆ ਕੇ ਕਰਨੇ, ਮੈਨੂੰ ਲੱਗਾ ਕਿਸੇ ਵੀ ਲੀਡਰ ਨੂੰ ਸ਼ੋਭਾ ਨਹੀਂ ਦਿੰਦਾ। ਕਿਉਂਕਿ ਇੱਕ ਕਵਾਇਦ ਚੱਲ ਰਹੀ ਹੈ, ਇੱਕ ਕੋਸ਼ਿਸ਼ ਚੱਲ ਰਹੀ ਹੈ ਕਿ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਜੋ ਇਹ ਟਕਰਾਅ ਪੈਦਾ ਹੋਇਆ ਉਸ ਨੂੰ ਆਪਾਂ ਖਤਮ ਕਰਨ ਦੀ ਕੋਸ਼ਿਸ਼ ਕਰੀਏ। ਇਹ ਜੋ ਹਾਈ ਕਮਾਂਡ ਆ ਜਾਂ ਸੀਨੀਅਰ ਲੀਡਰਸ਼ਿਪ ਆ ਕਾਂਗਰਸ ਦੀ, ਉਹਦੇ ਵੱਲੋਂ ਇਹ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਜਾਰੀ ਹੋ ਰਹੀਆਂ ਤੇ ਉਹ ਲੱਗਦਾ ਕਿ ਇਹ ਕੋਸ਼ਿਸ਼ ਕਰ ਰਹੀ ਹੈ। ਹੁਣ ਅਗਰ ਸਿੱਧੂ ਆਉਂਦੇ ਆ, ਕੱਲ 11:15 ਵਜੇ ਉਹ ਗਏ, ਮਿਲਣ ਤੋਂ ਬਾਅਦ ਜਦੋਂ ਆਉਂਦੇ ਆ ਤੇ ਬਾਡੀ ਲੈਂਗੁਏਜ ਜਿਹੜੀ ਮੀਡੀਆ ਨੇ ਉਹਨਾਂ ਦੀ ਜੱਜ ਕੀਤੀ ਆ ਕਿ ਉਹ ਬਿਲਕੁਲ ਇੱਕ ਤਾਂ ਚੁੱਪ ਰਹੇ। ਕੱਲ ਵੈਸੇ ਦੇਖਿਆ ਜਾਵੇ ਤਾਂ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਟਵੀਟ ਵੀ ਨਹੀਂ ਕੀਤਾ ਤੇ ਇਹ ਵੀ ਕਿਹਾ ਗਿਆ ਕੁਝ ਜਿਹੜੇ ਨਿਊਜ਼ਪੇਪਰਸ ਦੇ ਵੱਲੋਂ, ਕੁਝ ਮੀਡੀਆ ਵੱਲੋਂ, ਕਿ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਸੈਟਿਸਫੈਕਸ਼ਨ ਦੀ, ਦੇਖੋ ਇਹ ਆਪਣੀ ਇੰਟਰਪ੍ਰੀਟੇਸ਼ਨ ਆ, ਆਪਣੇ ਵੱਲੋਂ ਇੱਕ ਤਰ੍ਹਾਂ ਦਾ ਚਿਹਰਾ ਪੜਨ ਦੀ, ਸਾਈਕੋਲੋਜੀਕਲੀ ਇੰਟਰਪ੍ਰੀਟ ਕਰਨ ਦੀ ਗੱਲ ਆ। ਕੀ ਹੈ ਜਾਂ ਨਹੀਂ ਹੈ ਇਹ ਆਪਾਂ ਨੂੰ ਹਜੇ ਕੁਝ ਨਹੀਂ ਪਤਾ। ਜਿਵੇਂ ਹਰੀਸ਼ ਰਾਵਤ ਕਹਿੰਦੇ ਨੇ, ਜਿੱਦਾਂ ਹੀ ਆ ਕੇ ਉਹ ਬਾਹਰ ਆਉਂਦੇ ਨੇ ਉਹਨਾਂ ਨੂੰ ਪੁੱਛਦੇ ਕਦੋਂ ਥਾਪਣਾ ਜੀ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ, ਉਹਨਾਂ ਨੇ ਕਿਹਾ ਵੀ ਮੈਂ ਤਾਂ ਜੀ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਗੱਲ ਹੀ ਨਹੀਂ ਕੀਤੀ। ਹਾਂ, ਇਹ ਮੈਂ ਜ਼ਰੂਰ ਕਹਿਣਾ ਕਿ ਇਸ ਦੇ ਆਲੇ ਦੁਆਲੇ ਹੀ ਕੋਈ ਗੱਲ ਹੋਊਗੀ, ਇਸੇ ਤਰ੍ਹਾਂ ਦੀ ਕੋਈ ਗੱਲ ਹੋਊਗੀ, ਉਹ ਅਸੀਂ ਤੁਹਾਨੂੰ ਬਹੁਤ ਜਲਦੀ ਦੱਸਾਂਗੇ। ਪਰ ਮੈਂ ਕਦੇ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਲਿੱਤਾ ਤੇ ਮੇਰੇ ਬਿਆਨਾਂ ਨੂੰ ਬਹੁਤ ਧਿਆਨ ਨਾਲ ਪੜ੍ਹਿਆ ਜਾਵੇ। ਮੇਰਾ ਕਹਿਣ ਦਾ ਮਤਲਬ ਹੈ ਕਈ ਵਾਰੀ ਮੀਡੀਆ ਵੀ ਥੋੜਾ ਐਕਸਾਈਟਿਡ ਹੋ ਕੇ, ਥੋੜਾ ਉਤਸੁਕਤਾ ਤਾਂ ਉਹਨਾਂ ਨੂੰ ਵੀ ਹੁੰਦੀ ਹੈ ਤੇ ਸਾਡੇ ਜਿਹੜੇ ਦੇਖਣ ਵਾਲੇ ਦਰਸ਼ਕ ਨੇ, ਸਰੋਤੇ ਨੇ, ਜਾਂ ਜਿੱਥੇ ਵੀ ਬੈਠੇ ਨੇ ਤਮਾਮ ਦੁਨੀਆ ਦੇ ਵਿੱਚ, ਜਿਹੜੇ ਇਹਨਾਂ ਰਾਜਨੀਤੀ ਦੀ ਇਹ ਸਿਆਸੀ ਹਲਚਲਾਂ ਦੇ ਵਿੱਚ ਪੂਰਾ ਇੰਟਰਸਟ ਲੈ ਰਹੇ ਨੇ, ਦਿਲਚਸਪੀ ਲੈ ਰਹੇ ਨੇ, ਉਹਨਾਂ ਨੂੰ ਹਮੇਸ਼ਾ ਹੀ ਇਹ ਉਤਸੁਕਤਾ ਰਹਿੰਦੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਮਿਲੇ। ਖੈਰ, ਵਾਪਸ ਆਪਾਂ ਇਸ ਮੁੱਦੇ ਤੇ ਆਉਂਦੇ ਹਾਂ ਰੰਧਾਵਾ ਜੀ। ਸੋ ਬੇਸਿਕਲੀ ਅੱਜ ਹਰੀਸ਼ ਰਾਵਤ ਮਿਲਣਗੇ, ਮਿਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਕੁਝ ਵੀ ਫੈਸਲਾ ਹੋਇਆ ਆਲਾ ਕਮਾਨ ਨੇ ਲਿੱਤਾ ਜਾਂ ਕਾਂਗਰਸ ਹਾਈ ਕਮਾਨ ਨੇ ਜੋ ਫੈਸਲਾ ਲਿਆ ਉਸ ਬਾਰੇ ਉਹਨਾਂ ਨੂੰ ਜਾਣਕਾਰੀ ਦੇਣਗੇ। ਇਸ ਦਰਮਿਆਨ ਤੁਸੀਂ ਰੰਧਾਵਾ ਜੀ ਜ਼ਿਕਰ ਕੀਤਾ ਕਿ ਜਿਹੜੀ ਚਿੱਠੀ ਉਹਨਾਂ ਨੇ ਲਿਖੀ ਆ, ਚਿੱਠੀ ਲਿਖ ਕੇ ਆ ਕਿ ਉਹਨਾਂ ਨੂੰ ਪਤਾ ਲੱਗਾ, ਮੀਡੀਆ ਤੋਂ ਪਤਾ ਲੱਗਾ ਕਿ ਮੈਨੂੰ ਇਹ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਸ਼ਾਇਦ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਲਾ ਰਹੇ ਹੋ। ਉਹਨਾਂ ਨੇ ਦੋ ਗੱਲਾਂ ਅਹਿਮ ਕੀਤੀਆਂ ਇਹਦੇ ਵਿੱਚ। ਦੋ ਗੱਲਾਂ ਅਹਿਮ ਇਹ ਆ, ਇੱਕ ਤਾਂ ਉਹਨਾਂ ਨੇ ਕਿਹਾ ਕਿ ਇਸ ਨਾਲ ਪਾਰਟੀ ਦੇ ਵਿੱਚ ਬਿਖਰਾਅ ਪੈਦਾ ਹੋ ਜਾਊਗਾ, ਇਸ 'ਚ ਪਾਰਟੀ ਟੁੱਟਣ ਦੀ ਕਗਾਰ ਤੇ ਪਹੁੰਚ ਜੂਗੀ। ਤੇ ਦੂਸਰਾ ਉਹਨਾਂ ਨੇ ਕਿਹਾ ਕਿ ਜੋ ਸਾਡਾ ਮਿਸ਼ਨ ਆ 2022 ਦਾ, ਦੁਬਾਰਾ ਫੇਰ ਇੱਕ ਵਾਰੀ ਕਾਂਗਰਸ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ,
ਉਹ ਕਿਤੇ ਨਾ ਕਿਤੇ ਖਿਲਰ ਜਾਊਗਾ, ਉਹ ਕਿਤੇ ਨਾ ਕਿਤੇ ਪਾਸੇ ਹੋ ਜਾਊਗਾ, ਉਹਦੇ ਵਿੱਚ ਆਪਾਂ ਕਾਮਯਾਬ ਨਹੀਂ ਹੋ ਸਕਦੇ। ਇਹ ਜੀ ਦੋ ਗੱਲਾਂ ਵੱਡੀਆਂ ਗਈਆਂ, ਹਾਲਾਂਕਿ ਇਸ ਤੇ ਵੀ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕੀਤੇ ਜਾ ਸਕਦੇ ਆ। ਪਹਿਲੀ ਗੱਲ, ਮੈਂ ਥੋੜਾ ਜਿਹਾ ਇਹਦਾ ਸੰਦਰਭ ਦੇ ਦਾਂ। ਜਦੋਂ ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ, ਜੁਆਇਨ ਉਹਨਾਂ ਨੂੰ ਕਰਾਇਆ ਜਾਂਦਾ, ਤੇ ਮੈਨੂੰ ਯਾਦ ਆ ਉਸ ਟਾਈਮ ਵੀ ਜਦੋਂ ਆਉਂਦੇ ਨੇ ਤੇ ਉਹਨਾਂ ਨੇ ਇੱਕ ਪਾਰਟੀ ਬਣਾਈ ਹੋਈ ਸੀ, ਸ਼੍ਰੋਮਣੀ ਅਕਾਲੀ ਦਲ ਪੰਥਕ। ਜੀ ਥੋੜੀ ਦੇਰ ਪਹਿਲਾਂ ਉਹ ਚੋਣਾਂ ਲੜਦੇ ਨੇ ਤੇ ਚੋਣਾਂ ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੁੰਦੀਆਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਸ਼ਕਲ ਨਾਲ 856 ਵੋਟਾਂ ਮਿਲਦੀਆਂ ਤੇ ਉਸ ਤੋਂ ਬਾਅਦ ਇਹ ਜੁਆਇਨ ਕਰਕੇ ਪਾਰਟੀ 2 ਮਹੀਨਿਆਂ ਦੇ ਅੰਦਰ ਇਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ। ਜਦੋਂ 2 ਮਹੀਨਿਆਂ ਦੇ ਅੰਦਰ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਤੇ ਉਸ ਟਾਈਮ ਵੀ ਬਹੁਤ ਸਾਰੇ ਟਕਸਾਲੀ ਕਾਂਗਰਸੀ ਸੀ, ਨਾਰਾਜ਼ਗੀਆਂ ਸੀ, ਫੇਰ ਵੀ ਉਹਨਾਂ ਨੂੰ ਥਾਪਿਆ ਗਿਆ ਤੇ ਹੌਲੀ ਹੌਲੀ ਅੱਜ ਪੂਰੀ ਕਾਂਗਰਸ ਉਹਨਾਂ ਦੇ ਪਿੱਛੇ ਖੜੀ ਹੋਈ ਵਿਖਾਈ ਦਿੰਦੀ ਹੈ। ਕਹਿਣ ਦਾ ਮਤਲਬ ਇਹੀ ਆ ਕਿ ਜਦੋਂ ਵੀ ਕੋਈ ਬਦਲਾਅ ਆਉਂਦਾ, ਕੋਈ ਤਬਦੀਲੀ ਆਉਂਦੀ ਆ, ਉਹਨੂੰ ਐਕਸੈਪਟ ਕਰਨਾ ਸਾਰੇ ਕਾਂਗਰਸ ਲਈ ਜਾਂ ਪਾਰਟੀ ਲਈ ਇੱਕ ਤਰ੍ਹਾਂ ਜ਼ਰੂਰੀ ਹੋ ਜਾਂਦਾ, ਕਿਉਂਕਿ ਪਾਰਟੀ ਹਾਈ ਕਮਾਂਡ ਜਾਂ ਕੋਈ ਵੀ ਪਾਰਟੀ ਕਿਸੇ ਨੂੰ ਲੈ ਕੇ ਆਉਂਦੀ ਆ ਤੇ ਉਹ ਆਪਣਾ ਭਵਿੱਖ ਸੋਚ ਕੇ ਲੈ ਕੇ ਆਉਂਦੀ ਹੈ। ਜੀ ਰੰਧਾਵਾ ਜੀ, ਮੈਂ ਇਹ ਸਮਝਦਾ ਹਾਂ ਕਿ ਜਦੋਂ ਇਹ ਲੜਾਈ ਬਹੁਤ ਤਿੱਖੀ ਹੋ ਗਈ ਆ, ਉਸ ਤਿੱਖੀ ਲੜਾਈ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਇਕੱਠਿਆਂ ਬਿਠਾਉਣ ਦਾ ਕੋਈ ਜੇ ਇਰਾਦਾ ਹਾਈ ਕਮਾਂਡ ਨੇ ਸੋਚਿਆ ਹੋਵੇ, ਜਿਹਦੇ 'ਚ ਹਰੀਸ਼ ਰਾਵਤ ਨੂੰ ਚੰਡੀਗੜ੍ਹ ਭੇਜਿਆ ਜਾ ਰਿਹਾ ਸਪੈਸ਼ਲ ਮਿਸ਼ਨ ਤੇ, ਇਹ ਸੰਭਵ ਹੈ ਇਹਨਾਂ ਹਾਲਾਤਾਂ 'ਚ ਜਦੋਂ ਦੋਨਾਂ ਨੇ ਹੀ ਖੰਡੇ ਖਿੱਚੇ ਹੋਏ ਆ? ਔਰ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਸ਼ਾਇਦ ਤਲਖੀ ਸਭ ਤੋਂ ਜ਼ਿਆਦਾ ਹੈ, ਹੁਣ ਤੱਕ ਦੇ ਸਮੇਂ ਦੀ ਸਭ ਤੋਂ ਵੱਧ ਤਲਖੀ ਇਸੇ ਵੇਲੇ ਆ। ਤੇ ਕੀ ਹਰੀਸ਼ ਰਾਵਤ ਕਾਮਯਾਬ ਹੋ ਸਕਦੇ ਕਿ ਇਹ ਇੱਕ ਮੰਚ ਤੇ ਇਕੱਠੇ ਨਜ਼ਰ ਆ ਜਾਣ ਇੱਕ ਗੈਰ ਰਸਮੀ ਮੀਟਿੰਗ ਤੋਂ ਬਾਅਦ? ਵੈਸਟ ਬੰਗਾਲ ਦੇ ਵਿੱਚ ਰੰਧਾਵਾ ਜੀ ਜਦੋਂ ਚੋਣਾਂ ਹੋਈਆਂ ਤੇ 2 ਸਟਾਰ ਪ੍ਰਚਾਰਕ ਉੱਥੇ ਗਏ ਪੰਜਾਬ ਤੋਂ, ਉਹ 2 ਕੈਪਟਨ ਅਮਰਿੰਦਰ ਸਿੰਘ ਸੀ ਤੇ ਇੱਕ ਨਵਜੋਤ ਸਿੰਘ ਸਿੱਧੂ ਸੀ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਨੈਸ਼ਨਲ ਪੋਲਿਟਿਕਸ ਹੋਵੇ ਜਾਂ ਸਟੇਟ ਪੋਲਿਟਿਕਸ ਹੋਵੇ, ਸੂਬੇ ਦੀ ਰਾਜਨੀਤੀ ਹੋਵੇ, ਸਿਆਸਤ ਹੋਵੇ, ਇਸ ਸਿਆਸਤ ਦੇ ਵਿੱਚ ਇਹਨਾਂ ਦੋਨਾਂ ਲੀਡਰਸ ਦਾ ਕੱਦ ਵੱਡਾ, ਤੇ ਇਹ ਕੱਦ ਕਮ ਸੇ ਕਮ ਜਿਹੜੇ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਆ ਉਹ ਵੀ ਇਸ ਚੀਜ਼ ਨੂੰ ਸਮਝਦੀ ਆ, ਉਹ ਮੰਨਦੀ ਆ। ਕਹਿਣ ਦਾ ਮਤਲਬ ਹੈ ਕਿ ਇਹਨਾਂ ਨੂੰ ਦੁਬਾਰਾ ਬਿਠਾਇਆ ਜਾ ਸਕਦਾ। ਦੋਨਾਂ ਨੂੰ ਪਤਾ ਕਿ ਜੇ ਇਸੇ ਤਰ੍ਹਾਂ ਲੜਦੇ ਰਹੇ ਤੇ ਦੋਨਾਂ ਦਾ ਵਕਾਰ, ਦੋਨਾਂ ਦਾ ਅਕਸ ਡਿੱਗੂਗਾ। ਆਉਣ ਵਾਲੇ ਦਿਨਾਂ ਦੇ ਵਿੱਚ ਜੋ ਚਾਹੁੰਦੇ ਨੇ, ਦੇਖੋ ਜੇ ਲੜ ਕੇ ਪਾਰਟੀ ਦੁਬਾਰਾ ਸੱਤਾ 'ਚ ਨਹੀਂ ਆਉਂਦੀ ਤੇ ਫਿਰ ਪ੍ਰਧਾਨਗੀਆਂ ਕੀ ਕਰਨੀਆਂ ਤੇ ਫਿਰ ਮੁੱਖ ਮੰਤਰੀ ਕੌਣ ਆ, ਇਸ ਚੀਜ਼ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਮਤਲਬ ਉਹਨਾਂ ਚੀਜ਼ਾਂ ਦਾ ਤਦ ਰਹਿੰਦਾ ਜਦ ਤੱਕ ਇਹ ਪਾਰਟੀ ਸੱਤਾ 'ਚ ਆਉਂਦੀ ਆ, ਤੇ ਇਸੇ ਕਰਕੇ ਸੱਤਾ ਸਾਰਿਆਂ ਨੂੰ ਜੋੜਦੀ ਆ। ਇਹ ਦੋਨਾਂ ਦੇ ਹਿੱਤ ਦੇ ਵਿੱਚ ਆ, ਦੋਨਾਂ ਦੇ ਭਲੇ ਦੇ ਵਿੱਚ ਆ, ਮੈਚੁਰਿਟੀ ਦੇ ਵਿੱਚ ਆ ਕਿ ਦੋਨੇ ਇੱਕ ਦੂਸਰੇ ਨੂੰ ਸਮਝ ਕੇ ਤੇ ਆਪਸ ਦੇ ਵਿੱਚ ਰਲ ਮਿਲ ਕੇ ਚੱਲਣ ਤਾਂ ਕਿ ਪਾਰਟੀ ਦਾ ਕੋਈ ਹਿੱਤ ਹੋਵੇ। ਜੀ ਰੰਧਾਵਾ ਜੀ, ਵੈਸੇ ਮਨਪ੍ਰੀਤ ਜੀ, ਅਸੀਂ ਕੀ ਲੈਣਾ ਦੇਣਾ ਵੀ ਸੱਤਾ 'ਚ ਕੌਣ ਹੈ ਤੇ ਸੱਤਾ ਤੋਂ ਬਾਹਰ ਕੌਣ ਹੈ? ਸਾਨੂੰ ਤਾਂ ਸਾਡੇ ਹਿੱਤ ਪਿਆਰੇ, ਆਪਣੇ ਲੋਕਾਂ ਦੇ ਹਿੱਤ ਪਿਆਰੇ ਆ। ਲੇਕਿਨ ਕੁੱਲ ਮਿਲਾ ਕੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਦੋਨੇ ਸਿਆਣੇ ਆ ਤੇ ਦੋਨੇ ਵੱਡੇ ਨੇ, ਮੈਨੂੰ ਤਾਂ ਦੋਨਾਂ 'ਚ ਕੋਈ ਇਹੋ ਜਿਹੀ ਗੱਲ ਨਹੀਂ ਲੱਗੀ। ਜੇ ਮੈਚੁਰਿਟੀ ਦੇ ਨਜ਼ਰੀਏ ਤੋਂ ਦੇਖੀਏ, ਮੈਨੂੰ ਇੰਝ ਲੱਗਦਾ ਕਿ ਅੱਜ ਦੀ ਸਥਿਤੀ 'ਚ ਜੇਕਰ ਕੈਪਟਨ ਅਮਰਿੰਦਰ ਸਿੰਘ ਕੋਲ ਕਮਾਂਡ ਰਹਿੰਦੀ ਆ ਤੇ ਨਵਜੋਤ ਸਿੰਘ ਸਿੱਧੂ ਚਾਹੇਗਾ ਕਿ ਬੁਰੀ ਤਰ੍ਹਾਂ ਹਾਰ ਜਾਏ, ਤੇ ਜੇ ਨਵਜੋਤ ਸਿੰਘ ਸਿੱਧੂ ਕੋ ਕਮਾਂਡ ਚਲੇ ਜਾਂਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦਾ ਸਾਰਾ ਜ਼ੋਰ ਲੱਗੂਗਾ ਵੀ ਚੱਲ ਹਾਂ ਕਿੱਥੋਂ ਤੱਕ ਭੱਜਣਾ। ਤੇ ਮੈਨੂੰ ਇੰਝ ਲੱਗਦਾ ਕਿ ਐਸੀ ਸਥਿਤੀ 'ਚ ਤੁਸੀਂ ਜੇ ਇਹਦੀ ਵਿਆਖਿਆ ਕਰਨੀ ਹੋਵੇ ਕਿ ਜੇ ਇੱਕ ਫਰੰਟ ਸੀਟ ਤੇ ਹੋਇਆ ਤੇ ਦੂਜਾ ਪਿੱਛੋਂ ਕੋਸ਼ਿਸ਼ ਕਰੂਗਾ ਕਿ ਗੱਡੀ ਡੋਲ ਜੇ, ਤੇ ਜੇ ਦੂਜਾ ਫਰੰਟ ਸੀਟ ਤੇ ਹੋਇਆ ਤੇ ਪਿਛਲਾ ਚਾਹੂਗਾ ਕਿ ਇਹਦਾ ਕੋਈ ਟਾਇਰ ਹੀ ਫਟ ਜੇ, ਕੀ ਕਹਿੰਦੇ ਹੋ? ਦੌੜਾਕ ਹੁੰਦੇ ਨੇ ਜਦੋਂ ਐਥਲੈਟਿਕਸ ਦੇ ਵਿੱਚ ਤੇ ਉਹ ਬੈਟਨਸ ਪਾਸ ਕਰਦੇ ਨੇ, ਖਾਸ ਤੌਰ ਤੇ ਜਦੋਂ ਰਿਲੇ ਰੇਸਿਸ ਹੁੰਦੀਆਂ, ਚਾਹੇ 4x400 ਹੋਵੇ ਜਾਂ ਕਈ ਤਰ੍ਹਾਂ ਦੀ ਰੇਸਾਂ, ਉਹ ਬੈਟਨ ਪਾਸ ਕਰਨ ਦਾ ਮਤਲਬ ਇਹ ਹੁੰਦਾ ਕਿ ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਦੇ ਦਿੰਦੇ ਹੋ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ 2 ਵਾਰੀ ਮੁੱਖ ਮੰਤਰੀ ਬਣ ਲਿਆ, ਆਪਣੀ ਵਾਰੀ ਖੇਡ ਲਈ ਆ ਉਹਨਾਂ ਨੇ, ਤੇ ਉਹਨਾਂ ਨੂੰ ਬੜੀ ਫਰਾਖ ਦਿਲੀ ਨਾਲ, ਬੜੇ ਦਰਿਆ ਦਿਲੀ ਨਾਲ ਜਿਹੜੀ ਇਹ ਬੈਟਨ ਪਾਸ ਕਰਨੀ ਚਾਹੀਦੀ ਹੈ ਤਾਂ ਕਿ ਉਹ ਇੱਕ ਵੱਡੇ ਸਟੇਟਸਮੈਨ ਲੱਗਣ। ਮੈਂ ਕੱਲ ਵੀ ਇਹ ਗੱਲ ਕੀਤੀ ਸੀ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਵੀ ਉਸ ਤਰ੍ਹਾਂ ਦੀ ਮੈਚੁਰਿਟੀ ਦਿਖਾਉਣੀ ਪਊਗੀ। ਬਿਲਕੁਲ ਤੁਸੀਂ ਗੱਲ ਰੰਧਾਵਾ ਜੀ ਠੀਕ ਕੀਤੀ ਹੈ। ਕਿਹੜੀ ਪਾਰਟੀ ਆਉਂਦੀ ਹੈ, ਕਿਹੜੀ ਪਾਰਟੀ ਨਹੀਂ ਆਉਂਦੀ, ਇਹ ਲੋਕਾਂ ਨੇ ਤੈਅ ਕਰਨਾ। ਲੋਕਾਂ ਨੇ ਦੇਖਣਾ ਕਿ ਕਿਹੜੀ ਪਾਰਟੀ ਉਹਨਾਂ ਦੇ ਹਿੱਤ ਵਿੱਚ ਨਿੱਤਰਦੀ ਆ, ਕਿਹੜੀ ਪਾਰਟੀ ਉਹਨਾਂ ਦੇ ਹਿੱਤ ਵਿੱਚ ਖੜਦੀ ਆ। ਲੇਕਿਨ ਇਹਨਾਂ ਲੋਕਾਂ ਨੇ, ਕਿਉਂਕਿ ਦੇਖੋ ਇੱਕ ਬਹੁਤ ਅਹਿਮ ਗੱਲ ਇਹ ਆ ਰੰਧਾਵਾ ਜੀ ਕਿ ਲੋਕਾਂ ਕੋਲੇ ਬਹੁਤ ਸਾਰੇ ਬਦਲ ਨਹੀਂ ਆ। ਜੇ ਤੁਸੀਂ ਝਾਤ ਮਾਰ ਕੇ ਦੇਖੋ ਤੇ ਜੇ ਕੁਝ ਲੀਡਰ, ਤੇ ਲੋਕਾਂ ਨੂੰ ਬਹੁਤ ਸਾਰੇ ਥੋੜੇ ਹੀ ਲੀਡਰ ਲੱਭਦੇ ਆ ਜਿਨ੍ਹਾਂ ਤੇ ਉਹ ਭਰੋਸਾ ਕਰ ਸਕਦੇ ਆ, ਟਰਸਟ ਕਰ ਸਕਦੇ ਆ। ਜੇ ਕਿਸੇ ਪਾਰਟੀ ਲੀਡਰ, ਜਿਵੇਂ ਕਾਂਗਰਸ ਨੇ ਆਪਣਾ ਇੱਕ ਇੰਟਰਨਲ ਸਰਵੇ ਕਰਵਾਇਆ ਸੀ ਤੇ ਉਹਦੇ ਵਿੱਚ ਉਹਨਾਂ ਨੂੰ ਲੱਗਾ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਮਕਬੂਲੀਅਤ ਬਹੁਤ ਆ, ਬੜੇ ਹਰਮਨ ਪਿਆਰੇ ਨੇ ਲੋਕਾਂ ਦੇ ਵਿੱਚ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਚਾਹੁੰਦੇ ਸੀ ਕਿ ਇਹ ਅੱਗੇ ਆਉਣ ਤੇ ਪਾਰਟੀ ਦੀ ਇੱਕ ਤਰ੍ਹਾਂ ਦੀ ਕਿਸੇ ਵੀ ਲੈਵਲ ਤੇ ਕਮਾਂਡ ਸੰਭਾਲਣ। ਇਹ ਜ਼ਰੂਰੀ ਨਹੀਂ ਹੈ ਕਿ ਮੁੱਖ ਮੰਤਰੀ ਬਣਨ,
ਚਾਹੇ ਉਹ ਪ੍ਰਧਾਨ ਬਣ। ਮੇਰਾ ਕਹਿਣ ਦਾ ਜੀ ਮਤਲਬ ਜੋ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਤੇ ਉਸ ਪੋਲੀਟੀਸ਼ੀਅਨ ਨੂੰ, ਚਾਹੇ ਉਹ ਜਿੰਨਾ ਵੀ ਯੰਗ ਹੋਵੇ, ਚਾਹੇ ਉਹ ਨੌਜਵਾਨ ਹੋਵੇ, ਇੱਕ ਮੈਚਿਓਰਿਟੀ ਦਿਖਾਉਣੀ ਬਹੁਤ ਜ਼ਰੂਰੀ ਆ, ਤਾਂ ਕਿ ਲੋਕਾਂ ਨੂੰ ਲੱਗੇ ਕਿ ਕੱਲ ਨੂੰ ਮੰਨ ਲਓ ਇਹਨੂੰ ਸੱਤਾ 'ਚ ਬਿਠਾ ਦਿੱਤਾ ਜਾਂਦਾ ਜਾਂ ਇਹਨੂੰ ਕੋਈ ਇਹੋ ਜਿਹਾ ਅਹੁਦਾ ਦੇ ਦਿੱਤਾ ਜਾਂਦਾ ਤੇ ਇਸ ਤੇ ਭਰੋਸਾ ਕੀਤਾ ਜਾ ਸਕਦਾ ਤੇ ਇਹ ਸੰਜੀਦਗੀ ਨਾਲ ਹਰ ਤਰ੍ਹਾਂ ਦੇ ਇਸ਼ੂਜ਼ ਨੂੰ ਨਜਿੱਠੇਗਾ। ਕਿਉਂਕਿ ਇਸ਼ੂ ਕੱਲ ਤੱਕ ਇਹ ਪ੍ਰਧਾਨਗੀ ਦੇ ਨਹੀਂ ਰਹਿਣੇ, ਲੋਕਾਂ ਦੇ ਹਿੱਤਾਂ ਦੇ ਰਹਿਣੇ ਆ, ਕਿਸਾਨਾਂ ਦੇ ਰਹਿਣੇ ਆ, ਆਰਥਿਕ ਮੁੱਦਿਆਂ ਦੇ ਰਹਿਣੇ ਆ, ਸਮਾਜਿਕ ਮੁੱਦੇ ਰਹਿਣੇ ਆ। ਜੇ ਇਹਨਾਂ ਮੁੱਦਿਆਂ ਤੇ ਇਹ ਨਹੀਂ, ਔਰ ਇਸ ਤੋਂ ਇਲਾਵਾ ਨੈਸ਼ਨਲ ਮੁੱਦੇ ਰਹਿਣੇ ਆ, ਜੀ ਇੰਟਰਨੈਸ਼ਨਲ ਮੁੱਦੇ ਰਹਿਣੇ ਆ। ਸੋ ਪੰਜਾਬ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਕੱਢਣਾ, ਲੋਕਾਂ ਦੇ ਵਿੱਚ ਜਿਹੜੀ ਨੌਜਵਾਨ ਸਾਡੇ ਇੰਨੇ ਬੇਰੁਜ਼ਗਾਰ ਆ, ਬਾਹਰ ਤੁਰੇ ਜਾਂਦੇ, ਇੰਨੀਆਂ ਤਰ੍ਹਾਂ ਦੀਆਂ, ਮੇਰਾ ਕਹਿਣ ਦਾ ਮਤਲਬ ਆ, ਸਮੱਸਿਆਵਾਂ ਨੇ। ਅਸੀਂ ਉਹਨਾਂ ਵੱਲ ਧਿਆਨ ਦੇਈਏ, ਨਾ ਕਿ ਜਿਹੜੀ ਆਪਣੀਆਂ ਲੜਾਈਆਂ ਲੜ ਕੇ ਤੇ ਆਪਣਾ ਜਿਹੜਾ ਆਪਣੇ ਆਪ ਨੂੰ ਖੱਜਲ ਖਵਾਰ ਕਰੀਏ ਤੇ ਜਨਤਾ ਦੇ ਭਰੋਸੇ ਨੂੰ ਵੀ ਕਿਤੇ ਨਾ ਕਿਤੇ ਤੋੜੀਏ। ਜੀ ਪਰ ਮੈਨੂੰ ਇੰਝ ਲੱਗਦਾ ਹੈ ਕਿ ਜਿਹੜੀ ਤੁਹਾਡੇ ਪਹਿਲੇ ਲਫ਼ਜ਼ ਹੈ, ਕਾਂਗਰਸ ਨੇ ਸਰਵੇ ਕਰਾਇਆ ਤੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਪਪੂਲੈਰਿਟੀ ਸਭ ਤੋਂ ਉੱਪਰ ਸੀਗੀ। ਇਹਦਾ ਮਤਲਬ ਹੈ ਕਿ ਕਾਂਗਰਸ ਨਵਜੋਤ ਸਿੰਘ ਸਿੱਧੂ ਦੀ ਉਸ ਲੋਕਪ੍ਰਿਯਤਾ ਨੂੰ ਭਨਾਉਣਾ ਚਾਹੁੰਦੀ, ਉਹ ਵਰਤਣਾ ਚਾਹੁੰਦੀ ਸਿੱਧੂ ਨੂੰ। ਦੂਜੇ ਲਫ਼ਜ਼ਾਂ 'ਚ ਪੰਜਾਬੀ ਦਾ ਸ਼ਬਦ ਵਰਤਣਾ ਵੈਸੇ ਮਾੜਾ ਹੁੰਦਾ, ਫਲਾਣਾ ਵਰਤ ਲਿਆ ਜੀ। ਹੁਣ ਮੈਂ ਇਹ ਸਮਝਦਾ ਹਾਂ ਕਿ ਕਾਂਗਰਸ ਸਿੱਧੂ ਨੂੰ ਵਰਤਣਾ ਚਾਹੁੰਦੀ ਤੇ ਸਿੱਧੂ ਦਾ ਹੁਣ ਤੱਕ ਦਾ ਦਾਅਵਾ ਇਹ ਰਿਹਾ ਕਿ ਉਹ ਪੰਜਾਬ ਵੱਲ ਹੈ ਤੇ ਪੰਜਾਬ ਦੀਆਂ ਮੁਸ਼ਕਲਾਂ ਦੇ ਹੱਲ ਉਹਦੇ ਕੋਲ ਹੈਗੇ। ਹੁਣ ਜਿਹੜੇ ਵਰਤਨ ਆਉਂਦੇ ਆ ਉਹ ਤਾਂ ਫਿਰ ਇਹ ਨਹੀਂ ਨਾ, ਵਰਤਨ ਤਾਂ ਨਹੀਂ ਨਾ ਦਿੰਦੇ ਆਪਣੇ ਆਪ ਨੂੰ। ਉਹਨਾਂ ਦੇ ਹਰਿਆਣੇ 'ਚ ਵੀ ਹਿੱਤ ਨੇ ਤੇ ਉਹਨਾਂ ਦੇ ਆਲੇ ਦੁਆਲੇ 'ਚ ਵੀ ਹਿੱਤ ਨੇ। ਸੋ ਨਵਜੋਤ ਸਿੰਘ ਸਿੱਧੂ ਇਸ ਪਲੇਟਫਾਰਮ ਤੋਂ ਆਪਣੇ ਏਜੰਡੇ ਨੂੰ ਕਿਵੇਂ ਅੱਗੇ ਵਧਾ ਸਕਦੇ ਆ, ਜਦੋਂ ਉਹਨਾਂ ਦੇ ਪਹਿਲਾਂ ਹੀ ਮੇਰਾ ਖਿਆਲ ਇੰਨੇ ਸ਼ਰੀਕ ਨੇ ਹੁਣ ਬਣ ਗਏ, ਇੱਕ ਪੂਰੀ ਦੀ ਪੂਰੀ ਵਿਰੋਧੀ ਧਿਰ ਅੰਦਰ ਹੀ ਮਿਲੂਗੀ। ਐਸੀ ਸਥਿਤੀ ਦੇ ਵਿੱਚ ਨਾ ਤਾਂ ਸਿੱਧੂ ਦਾ ਏਜੰਡਾ ਹੱਲ ਹੋਣ ਵਾਲਾ, ਤੇ ਜਿਹੜੀ ਕਾਂਗਰਸ ਸਮਝਦੀ ਸੀ ਕਿ ਅਸੀਂ ਕੈਪਟਨ ਦੀ ਲੋਕਪ੍ਰਿਯਤਾ ਦੇ ਡਿੱਗਣ ਤੋਂ ਬਾਅਦ ਸਿੱਧੂ ਦੀ ਲੋਕਪ੍ਰਿਯਤਾ ਦੇ ਨਾਲ ਅੱਗੇ ਵੱਧ ਜਾਾਂਗੇ, ਉਹ ਤਾਂ ਫਿਰ ਤੁਹਾਨੂੰ ਲੱਗਦਾ ਕਿ ਮੰਝ ਧਾਰ 'ਚ ਹੀ ਆ ਵੀ ਇੱਕ ਨੇ ਦੂਜੇ ਦੀ ਲੱਤ ਫੜ ਲੈਣੀ ਤੇ ਦੂਜੇ ਨੇ ਦੂਜੇ ਦੀ, ਤੇ ਨਾ ਕਿਸੇ ਨੇ ਅੱਗੇ ਵਧਣ ਦੇਣਾ। ਤੇ ਜਿਹੜੇ ਵਿਰੋਧੀ ਖਿਡਾਰੀ ਹੁੰਦੇ ਉਹ ਲਾਗੋਂ ਮਜ਼ਾਕ ਕਰਦੇ ਨਿਕਲ ਜਾਂਦੇ, ਭਾਵੇਂ ਤੁਰਦੇ ਹੋਏ ਕੱਛੂ ਵਾਲੀ ਚਾਲ ਹੀ ਹੋਣ। ਕੀ ਕਹਿੰਦੇ ਹੋ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਹੁਣ ਤੁਸੀਂ ਦੇਖੋ ਕਿ ਜ਼ਰੂਰੀ ਨਹੀਂ ਹੁੰਦਾ ਕਿ ਸਿਆਸਤ 'ਚ ਹਰ ਵਾਰੀ ਤੁਸੀਂ ਬੋਲਣਾ, ਹਰ ਰੋਜ਼ ਹੀ ਤੁਸੀਂ ਅਲਫਾਜ਼ਾਂ ਦਾ ਇਸਤੇਮਾਲ ਕਰਨਾ, ਟਵੀਟ ਕਰਨੇ ਆ, ਸੋਸ਼ਲ ਮੀਡੀਆ ਤੇ ਰਹਿਣਾ। ਸਿਆਸਤ ਦੇ ਵਿੱਚ ਕਈ ਵਾਰੀ ਕਹਿੰਦੇ ਆ ਵੀ ਚੁੱਪ ਦਾ ਵੀ ਦਾਨ ਬਖਸ਼ਣਾ ਚਾਹੀਦਾ, ਚੁੱਪ ਰਹਿ ਕੇ ਵੀ ਤੁਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹੋ। ਕਹਿਣ ਦਾ ਮਤਲਬ ਇਹ ਆ ਕਿ ਉਸ ਦੇ ਵਿੱਚ ਤੁਹਾਡੀ ਸੰਜੀਦਗੀ, ਤੁਹਾਡੀ ਮੈਚੁਰਿਟੀ ਤੇ ਤੁਹਾਡੀ ਦੂਰਅੰਦੇਸ਼ੀ ਕਿਤੇ ਨਾ ਕਿਤੇ ਝਲਕਦੀ ਹੈ ਤੇ ਇਹ ਚੀਜ਼ ਨਜ਼ਰ ਆਉਣੀ ਵੀ ਚਾਹੀਦੀ ਆ। ਕਹਿੰਦੇ ਹੁੰਦੇ ਆ ਸਮਟਾਈਮਸ, ਕਹਿੰਦੇ ਹੁੰਦੇ ਆ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਕਹਿਣ ਦਾ ਮਤਲਬ ਹੁੰਦਾ ਕਿ ਤੁਹਾਡੇ ਕੰਮ ਕੀਤੇ ਹੋਏ ਆਪਣੇ ਆਪ 'ਚ ਨਜ਼ਰ ਆਉਂਦੇ ਆ, ਤੁਹਾਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਕਿੰਨਾ ਵਧੀਆ ਲੀਡਰ ਹਾਂ ਜਾਂ ਮੈਂ ਕਿੰਨਾ ਮਹਾਨ ਲੀਡਰ ਹਾਂ ਜਾਂ ਕਿੰਨਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਲਈ ਵਧੀਆ ਕਰ ਸਕਦਾ। ਸੋ ਇਹ ਰੰਧਾਵਾ ਜੀ, ਬਾਰ-ਬਾਰ ਆਪਾਂ ਇਹੀ ਗੱਲ ਕਹਿੰਦੇ ਆ ਕਿ ਪੰਜਾਬ ਦਾ ਹਿੱਤ ਸਾਧਨ ਲਈ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਔਰ ਇਹ ਗੱਲ ਬਿਲਕੁਲ ਦੁਬਾਰਾ ਮੈਂ ਫੇਰ ਇੱਕ ਵਾਰੀ ਕਹਿ ਰਿਹਾ, ਦੇਖੋ ਜਦੋਂ ਕੱਲ ਮੀਟਿੰਗ ਹੁੰਦੀ ਆ, ਮੈਂ ਥੋੜਾ ਜਿਹਾ ਉਹਦਾ ਵੀ ਸੰਦਰਭ ਦੇਦਾ। ਕੱਲ ਜਦੋਂ ਮੀਟਿੰਗ ਹੁੰਦੀ ਹੈ ਤੇ ਰਾਹੁਲ ਗਾਂਧੀ ਵੀ ਹੁੰਦੇ ਆ, ਸੋਨੀਆ ਗਾਂਧੀ ਹੁੰਦੇ ਆ, ਲੇਕਿਨ ਪ੍ਰਿਯੰਕਾ ਗਾਂਧੀ ਨਹੀਂ ਸੀ, ਕਿਉਂਕਿ ਪ੍ਰਿਯੰਕਾ ਗਾਂਧੀ ਨੇ ਆਪਣੇ ਆਪ ਨੂੰ ਹੁਣ ਯੂਪੀ ਦੀ ਇਲੈਕਸ਼ਨ ਦੇ ਵਿੱਚ ਬਹੁਤ ਐਕਟਿਵ ਕਰ ਲਿਆ। ਲਖਨਊ ਦੇ ਵਿੱਚ ਉਹਨਾਂ ਨੇ ਜਾਣ ਦਾ ਫੈਸਲਾ ਕਰ ਲਿਆ, ਹੋ ਸਕਦਾ ਉੱਥੇ ਉਹ ਰਹਿਣ ਵੀ। ਪ੍ਰਿਯੰਕਾ ਗਾਂਧੀ ਦਾ ਮੈਂ ਜ਼ਿਕਰ ਇਸ ਕਰਕੇ ਕਹਿ ਰਿਹਾ ਕਿ ਉਹਨਾਂ ਦੀ ਬਹੁਤ ਵੱਡੀ ਵੋਟ ਨਵਜੋਤ ਸਿੰਘ ਸਿੱਧੂ ਪਿੱਛੇ ਖੜੀ ਆ, ਔਰ ਇਹ ਸਾਰਿਆਂ ਨੂੰ ਪਤਾ ਹੈ ਕਿ ਉਹ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਬੈਕਅਪ ਕਰਦੇ ਆ। ਦੂਸਰੇ ਪਾਸੇ ਸੋਨੀਆ ਗਾਂਧੀ ਦੀ ਵੋਟ ਹਮੇਸ਼ਾ ਤੋਂ ਹੀ, ਕਿਉਂਕਿ ਪੁਰਾਣੇ ਦੋਸਤ ਨੇ, ਆਪਸ ਦੇ ਵਿੱਚ ਪਰਿਵਾਰਿਕ ਰਿਸ਼ਤੇ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ, ਤੇ ਉਹਨਾਂ ਨੂੰ ਪਤਾ ਹੈ ਕਿ ਇੱਕ ਜਿਹੜਾ ਪੁਰਾਣਾ ਕੋਈ ਵੀ ਵਿਅਕਤੀ ਸਿਆਸਤਦਾਨ ਹੁੰਦਾ ਔਰ ਕਾਂਗਰਸ ਦੇ ਨਾਲ ਇੰਨੀ ਦੇਰ ਤੋਂ ਜੁੜਿਆ ਹੁੰਦਾ, ਉਹਦੀ ਅਹਿਮੀਅਤ ਕੀ ਆ। ਸੋ ਇਸ ਟਾਈਮ ਲੜਾਈ ਇਹ ਆ ਪੁਰਾਣਿਆਂ ਦੀ ਤੇ ਨਵਿਆਂ ਦੀ। ਪੁਰਾਣਿਆਂ ਨੇ ਆਪਣੇ ਐਕਸਪੀਰੀਅੰਸ ਦੇ ਨਾਲ ਨਵਿਆਂ ਨੂੰ ਅੱਗੇ ਲੈ ਕੇ ਆਉਣਾ, ਉਹਨਾਂ ਨੂੰ ਅਡਾਪਟ ਕਰਨਾ, ਉਹਨਾਂ ਨੂੰ ਅਪਣਾਉਣਾ, ਤੇ ਜਿਹੜੇ ਪੁਰਾਣਿਆਂ ਨੇ ਉਹਨਾਂ ਨੂੰ ਸੇਧ ਦੇਣੀ ਆ। ਜਿੰਨੀ ਦੇਰ ਤੱਕ ਇਹ ਚੀਜ਼ ਸਮਝ ਨਹੀਂ ਆਉਂਦੀ, ਦੇਖੋ ਦੁਨੀਆ ਤੇ ਕਿਸੇ ਨੇ ਵੀ ਹਮੇਸ਼ਾ ਨਹੀਂ ਰਹਿਣਾ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ 80 ਵਰ੍ਹਿਆਂ ਦੇ ਹੋਣ ਲੱਗੇ ਨੇ ਕੈਪਟਨ ਅਮਰਿੰਦਰ ਸਿੰਘ, ਤੇ ਅਕਸਰ ਕਹਿੰਦੇ ਨੇ ਤੇ ਕਈ ਵਾਰੀ ਉਹ ਕਹਿੰਦੇ ਨੇ ਕਿ ਜਿਹੜੇ ਮੇਰੇ ਪੁਰਖੇ ਨੇ ਉਹ 60-62 ਸਾਲ ਦੀ ਉਮਰ ਤੱਕ ਅਜੇ ਤੱਕ ਜਿਉਂਦੇ ਰਹੇ ਨੇ ਤੇ ਮੈਂ ਆਲਰੇਡੀ ਬੋਨਸ ਤੇ ਆ। ਦੁਨੀਆ ਦੇ ਵਿੱਚ ਆਪਾਂ ਵੀ ਆਏ ਆ ਰੰਧਾਵਾ ਜੀ, ਸਾਰੇ ਨੇ ਜਾਣਾ। ਸੋ ਜੇ ਚੰਗੇ ਪਿਰਤਾਂ ਪਾ ਕੇ ਜਾਵਾਂਗੇ, ਚੰਗੇ ਕੋਈ ਕੰਮ ਕਰਕੇ ਜਾਵਾਂਗੇ ਤੇ ਲੋਕੀ ਸਾਨੂੰ ਯਾਦ ਕਰਨਗੇ ਕਿ ਜੇ ਬਾਗਡੋਰ ਦਿੱਤੀ ਸੀ ਤੇ ਆਹ ਕੰਮ ਕੀਤੇ ਆ, ਤੇ ਨਹੀਂ ਤਾਂ ਫਿਰ ਹਿਸਟਰੀ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਹਿਸਟਰੀ ਵਿੱਚ ਯਾਦ ਕਰਦੇ ਆ। ਕਿਸੇ ਟਾਈਮ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਮੈਨੂੰ ਉਮੀਦ ਹੈ ਕਿ ਜਿਹੜੀ ਹਿਸਟਰੀ ਮੇਰੇ ਨਾਲ ਕਾਈਂਡ ਹੋਵੇਗੀ। ਅੱਜ ਲੋਕੀ ਡਾਕਟਰ ਮਨਮੋਹਨ ਸਿੰਘ ਨੂੰ ਯਾਦ ਕਰਦੇ ਨੇ, ਅੱਜ ਜਦੋਂ ਆਰਥਿਕਤਾ ਦਾ ਇੰਨਾ ਮਾੜਾ ਹਾਲ ਆ ਇਕਨੋਮੀ ਦਾ, ਤੇ ਯਾਦ ਕਰਦੇ। ਸੋ ਮੇਰਾ ਕਹਿਣ ਦਾ ਮਤਲਬ ਇਹ ਆ
ਚੰਗੇ ਕੰਮ ਕਰਕੇ ਜਾਓਗੇ। ਮਨਮੋਹਨ ਸਿੰਘ, ਤੁਹਾਨੂੰ ਪਤਾ, ਉਹਨਾਂ ਨੂੰ ਅਕਸਰ ਮੌਨ ਸਿੰਘ ਕਹਿ ਦਿੰਦੇ ਨੇ ਭਾਰਤੀ ਜਨਤਾ ਪਾਰਟੀ ਵਾਲੇ। ਬੋਲੇ ਨਹੀਂ, ਆਪਣੇ ਕੰਮ ਕਰਕੇ ਦਿਖਾਏ ਤੇ ਕੰਮਾਂ ਨੂੰ ਲੋਕੀ ਯਾਦ ਕਰਦੇ ਨੇ ਜੀ। ਮੈਂ ਤਾਂ ਜਿਹੜਾ ਸਵਾਲ ਰੱਖਿਆ ਸੀ ਉਹ ਸੀਗਾ ਕਿ ਸਿੱਧੂ ਨੂੰ ਵਰਤਿਆ ਜਾ ਰਿਹਾ ਜਾਂ ਵਰਤਿਆ ਜਾਊਗਾ ਕਾਂਗਰਸ ਦਾ ਏਜੰਡਾ ਹੋ ਸਕਦਾ, ਲੇਕਿਨ ਸਿੱਧੂ ਦਾ ਏਜੰਡਾ ਕਿਵੇਂ ਲਾਗੂ ਹੋਊਗਾ ਜਦੋਂ ਕਿ ਉਹਨਾਂ ਨੂੰ ਫ੍ਰੀ ਹੈਂਡ ਨਹੀਂ ਮਿਲੂਗਾ। ਮੈਂ ਸਵਾਲ ਉੱਥੋਂ ਹੁਣ ਵਾਪਸ ਮੁੜਦਾ ਹੈ ਇਸੇ ਗੱਲ ਨਾਲ ਕਿ ਜਿਹੜੇ ਏਜੰਡੇ ਦੀ ਸਿੱਧੂ ਗੱਲ ਕਰਦੇ ਰਹੇ ਆ ਕਿ ਭੋਲਾ ਡਰੱਗ ਕੇਸ ਦੇ ਵਿੱਚ ਵੱਡੇ ਵੱਡੇ ਮਗਰਮੱਛ ਬਾਹਰ ਕਿਉਂ ਨੇ, ਇਹ ਕੀ ਸਿੱਧੂ ਇਹਨਾਂ ਨੂੰ ਹੱਥ ਪਾ ਸਕਣਗੇ ਜਦੋਂ ਅੱਜ ਹੀ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੇ ਪੂਰੇ, ਮੈਂ ਤਾਂ ਕਹੂੰਗਾ ਅਦਾਲਤਾਂ ਦੇ ਵਿੱਚ ਪੰਜਾਬ ਵੀ ਪੇਸ਼ ਹੁੰਦਾ ਇੱਕ ਬੰਨੇ ਜਦੋਂ ਸਰਕਾਰ ਪੇਸ਼ ਹੁੰਦੀ ਹੈ। ਮੈਂ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਲਾਈਨ ਨਾਲ ਪੁਰਾਣੀ ਗੱਲ ਮੁਕਾ ਲਾਂ ਕਿ ਪ੍ਰਿਯੰਕਾ ਗਾਂਧੀ ਸਿੱਧੂ ਨੂੰ ਯੂਪੀ ਦੇ ਵਿੱਚ ਵਰਤਣਾ ਚਾਹ ਰਹੇ ਹੋਣਗੇ, ਸਿੱਧੂ ਨੂੰ ਯੂਪੀ ਦੀ ਇਲੈਕਸ਼ਨ ਦੇ ਵਿੱਚ, ਕਿਉਂਕਿ ਉਹ ਉਹਨਾਂ ਦੇ ਨੱਕ ਦਾ ਸਵਾਲ ਹੈ, ਤਾਂ ਇੰਜ ਵੀ ਲੱਗਦਾ ਕਿ ਗਾਂਧੀ ਪਰਿਵਾਰ ਦੇ ਵਿੱਚੋਂ ਵਿਰਾਸਤ ਦਾ ਅੱਗੇ ਵਧਣਾ, ਯੂਪੀ ਜੇ ਮੰਨ ਲਓ ਚੰਗੀ ਪਰਫਾਰਮ ਕਰਦੀ ਹੈ ਕਾਂਗਰਸ ਅਗਲੀਆਂ ਵਿਧਾਨ ਸਭਾ ਚੋਣਾਂ 'ਚ, ਔਰ ਉਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਐਲੀਵੇਸ਼ਨ ਜਾਂ ਉਹਨਾਂ ਦਾ ਅੱਗੇ ਵਧਣਾ ਕਾਂਗਰਸ ਦੇ ਵਿੱਚ ਬਤੌਰ ਪ੍ਰਧਾਨ, ਜਾਂ ਇੰਦਰਾ ਗਾਂਧੀ ਵਰਗੀ ਛਵੀ ਜਿਵੇਂ ਉਹਨਾਂ ਦੀ ਕਹਿੰਦੇ ਆ ਵੀ ਉਹ ਦਿਸਦਾ ਜੀ ਝਲਕਾਰਾ ਪੈਂਦਾ, ਸ਼ਾਇਦ ਪ੍ਰਿਯੰਕਾ ਗਾਂਧੀ ਨੂੰ ਆਪਣੇ ਨਾਲ ਸਿੱਧੂ ਵਰਗੇ ਲੋਕਾਂ ਦੀ ਲੋੜ ਭਵਿੱਖ ਲਈ ਹੋਊਗੀ। ਇਹ ਬੜੀ ਦੂਰ ਦੀ ਕੌਡੀ ਹੁੰਦੀ ਆ। ਇਹ ਸਿਆਣੇ ਸਿਆਸਤਦਾਨ ਜਾਂ ਜਿਹੜੇ ਦੂਰ ਅੰਦੇਸ਼ ਹੁੰਦੇ ਆ ਉਹ ਵੇਖ ਕੇ ਚੱਲਦੇ, ਉਹਨਾਂ ਦੇ ਸਲਾਹਕਾਰ ਹੋ ਸਕਦਾ ਉਹਨਾਂ ਨੂੰ ਕਹਿੰਦੇ ਹੋਣ ਕਿ ਅਗਲੇ 20 ਸਾਲਾਂ ਤੱਕ ਕਿਹੜਾ ਬੰਦਾ ਤੁਹਾਨੂੰ ਵਾਰਾ ਖਾ ਸਕਦਾ, ਕਿਹੜਾ ਤੁਹਾਨੂੰ ਪੇਸ਼ ਕਰ ਸਕਦਾ ਸਟੇਜ ਤੋਂ ਵਧੀਆ ਤਰੀਕੇ ਨਾਲ। ਸੋ ਸਿੱਧੂ ਕੋਲੇ ਕਲਾ ਤਾਂ ਹੈਗੀ, ਲੇਕਿਨ ਹੁਣ ਸਿੱਧੂ ਕੋਲੇ ਵੱਡਾ ਸਵਾਲ ਆ ਕਿ ਜਦੋਂ ਹਾਈ ਕੋਰਟ ਦੇ ਵਿੱਚ ਭੋਲਾ ਡਰੱਗ ਕੇਸ ਨਾਲ ਸੰਬੰਧਿਤ ਕੁਝ ਟਿੱਪਣੀਆਂ ਆਉਂਦੀਆਂ, ਮੈਂ ਥੋੜਾ ਜਿਹਾ ਮਨਪ੍ਰੀਤ ਜੀ ਪਿੱਛੇ ਜਾਊਂਗਾ, ਜਦੋਂ ਭੋਲਾ ਡਰੱਗ ਕੇਸ ਸਾਹਮਣੇ ਆਉਂਦਾ, ਨੰਗਾ ਹੁੰਦਾ, 6000 ਕਰੋੜ ਦੇ ਡਰੱਗ ਦਾ ਰੌਲਾ ਪੈਂਦਾ, ਰੈਕਟ ਦਾ ਰੌਲਾ ਪੈਂਦਾ, ਤੇ ਅਚਨਚੇਤ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦਿਆਂ ਔਰ ਅਕਾਲੀਆਂ ਦੀ ਸਰਕਾਰ ਹੁੰਦਿਆਂ ਕੁਝ ਅਕਾਲੀਆਂ ਨੂੰ ਹੱਥ ਪਾ ਲਿਆ ਜਾਂਦਾ, ਕੁਝ ਲੋਕ ਫੜ ਲਏ ਜਾਂਦੇ ਆ, ਕੁਝ ਅੰਦਰ ਦਿੱਤੇ ਜਾਂਦੇ, ਰੌਲਾ ਪੈ ਜਾਂਦਾ, ਕੁਝ ਵੱਡੇ ਲੋਕਾਂ ਦੇ ਨਾਂ ਆਉਣੇ ਸ਼ੁਰੂ ਹੁੰਦੇ ਆ। ਉਦੋਂ ਇੱਕ ਸਿਆਸਤ ਹੋਈ ਸੀ ਕਿ ਇਹ ਵਿਦਨ ਪਾਰਟੀ ਪੋਲਿਟਿਕਸ ਆ, ਇਹ ਪਾਰਟੀ ਅੰਦਰ ਦੀ ਸਿਆਸਤ ਆ, ਇਹਦੇ ਵਿੱਚ ਕੁਝ ਵੱਧਦੇ ਚਿਹਰਿਆਂ ਨੂੰ ਰੋਕਣ ਦੀ ਕੋਸ਼ਿਸ਼ ਆ ਜਾਂ ਉਹਨਾਂ ਨੂੰ ਨੰਗੇ ਕਰਤਾ ਗਿਆ। ਇਹ ਸਾਰੇ ਸਵਾਲ ਨੂੰ ਸਿੱਧੂ ਉਠਾਉਂਦੇ ਰਹੇ। ਸਿੱਧੂ ਔਰ ਮਾਝੇ ਦੇ ਅਕਾਲੀ ਆਗੂਆਂ ਦਾ ਆਪਸ ਵਿੱਚ ਟਕਰਾਅ ਤੇਜ਼ੀ ਨਾਲ ਹੁੰਦਾ ਰਿਹਾ। ਅੱਜ ਸਿੱਧੂ ਜੇ ਪ੍ਰਧਾਨ ਬਣ ਜਾਂਦੇ ਆ ਜਾਂ ਕਿਸੇ ਵਧੀਆ ਅਹਿਮ ਜ਼ਿੰਮੇਵਾਰੀ ਤੇ ਪਹੁੰਚ ਜਾਂਦੇ ਆ ਕਿ ਉਹ ਇਸ ਤਰਜੀਹ ਨੂੰ, ਇਸ ਪ੍ਰਾਥਮਿਕਤਾ ਨੂੰ, ਇਸ ਪ੍ਰਾਇੋਰਟੀ ਨੂੰ ਅੱਗੇ ਵਧਾ ਸਕਣਗੇ ਕਿ ਨਸ਼ਿਆਂ ਦੇ ਮਾਮਲੇ 'ਚ ਜਿਹੜੇ ਸਿਆਸੀ ਤੇ ਅਫਸਰ ਨੇ, ਖਾਸ ਤੌਰ ਤੇ ਬਿਊਰੋਕਰੇਟ ਤੇ ਵੱਡੇ ਸਿਆਸਤਦਾਨ, ਉਹਨਾਂ ਨੂੰ ਹੱਥ ਪਾਏ ਜਾ ਸਕਣਗੇ। ਜਦੋਂ ਹਾਈ ਕੋਰਟ ਇਹ ਕਹਿੰਦਾ ਹੈ ਕਿ ਤੁਸੀਂ ਤਾਂ ਪੌਣੀ ਨਹੀਂ 31 ਇਨਵੈਸਟੀਗੇਸ਼ਨ ਤਾਂ ਕੀ ਕਰਨੀ, ਕਿਸੇ ਨੂੰ ਹਿਰਾਸਤ ਵਿੱਚ ਲੈਂਦੇ, ਪੁੱਛਗਿੱਛ ਕਰਦੇ, ਜੇ ਨਹੀਂ ਤਾਂ ਸਾਲਾਂ ਤੱਕ, ਹੁਣ ਤੱਕ ਤੁਸੀਂ ਕੀਤਾ ਕੀ ਹੈ, ਤੇ ਉਸ ਬੰਦੇ ਨੂੰ ਜ਼ਮਾਨਤ ਦੇ ਦਿੰਦੇ ਜਿਹਦੀ ਉਮਰ 74 ਸਾਲ ਆ। ਇਹ ਟਿੱਪਣੀਆਂ ਪੰਜਾਬ ਸਰਕਾਰ ਦੇ ਮੱਥੇ ਤੇ ਕਲੰਕ ਵਾਂਗ ਨੇ, ਉਹਨਾਂ ਦਾ ਲੀਗਲ ਵਿੰਗ ਉਹਦੇ ਮੱਥੇ ਤੇ ਕਲੰਕ ਵਾਂਗ ਨੇ, ਉਹਨਾਂ ਦਾ ਜਿਹੜਾ ਇਨਵੈਸਟੀਗੇਸ਼ਨ ਵਿੰਗ ਆ ਉਹਦੇ ਲਈ ਇਹ ਨਮੋਸ਼ੀ ਹੈ। ਮੈਨੂੰ ਦੱਸਿਓ ਇਹ ਸਾਰਾ ਮਾਜਰਾ ਕੀ ਹੈ? ਰੰਧਾਵਾ ਜੀ, ਇੱਕ ਚੀਜ਼ ਮੈਂ ਥੋੜਾ ਜਿਹਾ ਦੱਸਦਾ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਇਹਨਾਂ ਨੂੰ ਨੈਸ਼ਨਲ ਲੈਵਲ ਤੇ ਨਵਜੋਤ ਸਿੰਘ ਸਿੱਧੂ ਨੂੰ ਵਰਤਣਾ ਚਾਹੁੰਦੇ ਆ, ਵੈਸੇ ਭਾਰਤੀ ਜਨਤਾ ਪਾਰਟੀ ਨੇ, ਦੇਖੋ, ਕਿਸ ਬੰਦੇ ਦੀ ਇੱਕ ਅਪੀਲ ਹੁੰਦੀ ਹੈ ਜਾਂ ਇੰਟਰਨੈਸ਼ਨਲ ਜਾਂ ਨੈਸ਼ਨਲ ਲੈਵਲ ਤੇ ਉਹ ਬੰਦਾ ਹੁੰਦਾ, ਇਸੇ ਕਰਕੇ ਪਾਰਟੀ ਉਹਨੂੰ ਵਰਤਦੀ ਆ ਜਦੋਂ ਬਾਕੀ ਸਟੇਟਸ ਦੇ ਵਿੱਚ ਲੈ ਕੇ ਜਾਇਆ ਜਾਂਦਾ। ਹਾਲਾਂਕਿ ਮੈਨੂੰ ਇਹ ਲੱਗਦਾ ਨਹੀਂ ਕਿ ਉੱਤਰ ਪ੍ਰਦੇਸ਼ ਦੇ ਵਿੱਚ ਇੰਨਾ ਪ੍ਰਭਾਵ ਉਹ ਛੱਡ ਪਾਉਣਗੇ ਜਿੰਨਾ ਸ਼ਾਇਦ ਉਹਨਾਂ ਤੋਂ ਤਵੱਕੋ ਕੀਤੀ ਜਾਂਦੀ ਹੈ। ਖੈਰ, ਵਾਪਸ ਆਉਂਦੇ ਆਪਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਆਇਆ ਡਬਲ ਬੈਂਚ ਦਾ, ਜਿਹਦੇ ਵਿੱਚ ਜਸਟਿਸ ਰਾਜਨ ਗੁਪਤਾ ਤੇ ਜਸਟਿਸ ਅਜੇ ਤਿਵਾੜੀ ਨੇ, ਉਹਨਾਂ ਨੇ ਇਹ ਟਿੱਪਣੀ ਕੀਤੀ ਆ। ਔਰ ਗੱਲ ਆਪਾਂ ਕਰ ਰਹੇ ਆ ਚੁੰਨੀ ਲਾਲ ਗਾਬਾ ਹੋਣਾ ਦੀ। 74 ਵਰਿਆਂ ਦੇ ਨੂੰ ਉਹਨਾਂ ਨੂੰ ਜ਼ਮਾਨਤ ਮਿਲ ਗਈ। ਇਹਨਾਂ ਨੂੰ ਮਨੀ ਲਾਂਡਰਿੰਗ ਦੇ ਨਾਲ ਕੇਸ ਦੇ ਵਿੱਚ ਦੇਖਿਆ ਜਾ ਰਿਹਾ ਸੀ, ਤੇ ਜਿਹੜਾ ਜਗਦੀਸ਼ ਸਿੰਘ ਭੋਲਾ ਵਾਲਾ ਕੇਸ ਸੀਗਾ ਜਿਹੜਾ, ਉਹਦੇ ਨਾਲ ਇਹਨੂੰ ਜੋੜ ਕੇ ਸਾਰਾ ਇਨਵੈਸਟੀਗੇਸ਼ਨ ਚੱਲ ਰਹੀ ਸੀ। ਪਰ ਵਾਕਿਆ ਰੰਧਾਵਾ ਜੀ, ਤੁਹਾਡੀ ਗੱਲ ਬਿਲਕੁਲ ਸਹੀ ਆ। ਇਹ ਜਿਹੜੀਆਂ ਜਾਂਚ ਏਜੰਸੀਆਂ ਜਿਨ੍ਹਾਂ ਨੂੰ ਇੰਨੀਆਂ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ, ਇੰਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ, ਅਹੁਦੇ ਦਿੱਤੇ ਜਾਂਦੇ ਆ ਤਾਂ ਕਿ ਉਹ ਜਾਂਚ ਕਰਕੇ ਉਹਦੀ ਜਾਂਚ ਰਿਪੋਰਟ ਦਿੱਤੀ ਜਾਣ, ਉਹ ਫੇਰ ਜਾ ਕੇ ਹਾਈ ਕੋਰਟਾਂ ਦੇ ਵਿੱਚ ਫਸ ਜਾਂਦੀਆਂ ਨੇ। ਚਾਹੇ ਕਿਸੇ ਤਰ੍ਹਾਂ ਦੀ ਤੁਸੀਂ ਜਾਂਚ ਲੈ ਲਓ, ਕੋਈ ਵੀ ਜਾਂਚ ਕਰਕੇ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕਿਉਂ ਨਹੀਂ ਕਰਦੇ? ਜਾਂਚ ਕਰਕੇ ਤੁਸੀਂ ਫੜਾ ਦਿੰਦੇ ਹੋ ਹਾਈ ਕੋਰਟ ਨੂੰ ਜਾਂ ਕੋਰਟਾਂ ਦੇ ਵਿੱਚ ਦੇ ਦਿੰਦੇ ਹੋ, ਔਰ ਕਈ ਵਾਰੀ ਤੁਹਾਡੇ ਜਿਹੜੇ ਬੰਦ ਲਿਫਾਫੇ ਹੋ ਜਾਂਦੇ ਨੇ, ਸੀਲ ਬੰਦ ਲਿਫਾਫੇ, ਜਿਹੜੇ ਕਦੇ ਖੁੱਲਦੇ ਹੀ ਨਹੀਂ, ਲੋਕਾਂ ਨੂੰ ਕਦੇ ਪਤਾ ਹੀ ਨਹੀਂ ਲੱਗਦਾ ਕਿ ਹੋਇਆ ਕੀ ਉਹਨਾਂ 'ਚ। ਮੇਰਾ ਕਹਿਣ ਦਾ ਮਤਲਬ ਕਿ ਇਸ ਤੋਂ ਮੰਦਭਾਗੀ ਗੱਲ ਜਾਂ ਇਸ ਤੋਂ ਇਨਕੰਪੀਟੈਂਸ ਝਲਕਦੀ ਆ ਉਹ ਸਾਰੀ ਬਿਊਰੋਕ੍ਰੇਸੀ ਦੀ। ਬਿਲਕੁਲ ਤੁਸੀਂ ਠੀਕ ਕਿਹਾ, ਉਹ ਚਾਹੇ ਸਿਵਲ ਦੇ ਅਫਸਰ ਹੋਣ ਤੇ ਚਾਹੇ ਉਹ ਪੁਲਿਸ ਆਫੀਸਰ ਹੋਣ। ਇਹ ਕਿੱਡੀ ਕੁ ਵੱਡੀ ਗੱਲ ਆ ਕਿ ਤੁਸੀਂ ਜਾਂਚ ਕਰਕੇ, ਤੁਸੀਂ ਅਕਸਰ ਤੁਸੀਂ ਦੇਖਿਆ ਹੋਣਾ ਬੜੀਆਂ ਛੋਟੀਆਂ ਗੱਲਾਂ ਤੇ ਜਿਹੜੇ ਅਫਸਰ ਆ ਪ੍ਰੈਸ ਕਾਨਫਰੰਸਿਸ ਕਰਦੇ ਆ, 4 ਚੋਰ ਫੜ ਲੈਣ ਇਹ
ਤੇ ਪੈਰਾਂ ਥੱਲੇ ਬਿਠਾ ਕੇ ਤੇ ਉਹਨਾਂ ਦੀਆਂ ਫੋਟੋਆਂ ਖਿਚਾਉਂਦੇ ਨੇ, ਸਾਰੇ ਦਾ ਸਾਰਾ ਮੀਡੀਆ ਇਕੱਠਾ ਕਰ ਲੈਂਦੇ ਨੇ, ਤੇ ਜਦੋਂ ਏਦਾਂ ਦੇ ਵੱਡੇ ਕੇਸ ਆਉਂਦੇ ਨੇ ਤੇ ਇਹਨਾਂ ਦੇ ਕੇਸ ਜਾ ਕੇ ਕੋਰਟਾਂ ਦੇ ਵਿੱਚ ਫਸ ਜਾਂਦੇ ਨੇ। ਏਦਾਂ ਲੱਗਦਾ ਕਿਤੇ ਨਾ ਕਿਤੇ ਇਹ ਗੱਲ ਅਸੀਂ ਚਲੋ ਯਕੀਨੀ ਤਾਂ ਨਹੀਂ ਕਹਿ ਸਕਦੇ, ਮੈਂ ਆਪਣੇ ਇੱਕ ਐਕਸਪੀਰੀਅੰਸ ਤੋਂ ਕਹਿ ਸਕਦਾ ਕਿ ਕਿਤੇ ਨਾ ਕਿਤੇ ਇਹਨਾਂ ਦੀ ਅਫਸਰਾਂ ਦੀ ਹੀ ਮਿਲੀ ਭੁਗਤ ਲੱਗਦੀ ਆ ਕਿ ਕਿਤੇ ਨਾ ਕਿਤੇ ਜਾ ਕੇ ਫਸ ਜਾਣ ਤੇ ਇਹਨਾਂ ਨੂੰ ਜਵਾਬਦੇਹੀ ਦੇਣੀ ਨਾ ਪਵੇ, ਤੇ ਕਿਤੇ ਨਾ ਕਿਤੇ ਹਾਈ ਕੋਰਟ ਜਾਂ ਕੋਰਟਾਂ ਦੇ ਇਹ ਸਪੁਰਦ ਕਰ ਦੇਣ ਕੇਸ, ਤੇ ਮੁੜ ਕੇ ਲੋਕਾਂ ਨੂੰ ਕਹਿ ਦੇਣ ਦੇਖੋ ਜੀ ਅਸੀਂ ਤਾਂ ਕੁਝ ਕਰ ਨਹੀਂ ਸਕਦੇ। ਇੱਕ ਤਰ੍ਹਾਂ ਦੀ ਵਿਉਂਤਬੰਦੀ ਲੱਗਦੀ ਆ, ਯੋਜਨਾ ਲੱਗਦੀ ਆ। ਕਾਰਨ ਇਹੀ ਆ ਕਿ ਜੇ ਤੁਸੀਂ ਇੰਨੀ ਵੱਡੇ ਮਸਲੇ ਨੂੰ, ਜਿਹੜਾ ਤੁਸੀਂ ਆਪ ਜ਼ਿਕਰ ਕੀਤਾ ਔਰ ਸਾਰਿਆਂ ਨੇ ਆਪਾਂ ਸੁਣਿਆ, 6000 ਕਰੋੜ ਦਾ ਡਰੈਗ ਰੈਕਟ ਜੇ ਆਉਂਦਾ, ਕਮ ਸੇ ਕਮ ਲੋਕਾਂ ਨੂੰ ਜਾਂਚ ਕਰਕੇ ਦੱਸੋ ਕਿ ਭਾਈ ਇਹਦੇ ਵਿੱਚ ਸੱਚਾਈ ਕੀ ਹੈ ਤੇ ਝੂਠ ਕੀ ਆ। ਜੇ ਝੂਠ ਆ ਤਾਂ ਵੀ ਦੱਸੋ ਕਿ ਭੋਲੇ ਨੇ ਤਾਂ ਐਵੇਂ ਦੇ ਜਿਹੜੇ ਆ ਇਲਜ਼ਾਮ ਲਾਤੇ, ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਅੱਜ ਤੱਕ ਨਹੀਂ ਸਾਨੂੰ ਪਤਾ ਲੱਗ ਰਿਹਾ, ਔਰ ਉਹਦੇ ਤੇ ਜੰਮ ਕੇ ਪੋਲਿਟਿਕਸ ਹੋ ਰਹੀ ਆ, ਹਰ ਕੋਈ ਪੋਲਿਟਿਕਸ ਕਰ ਰਿਹਾ, ਚਾਹੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਹੋਣ। ਕਾਂਗਰਸ ਸੱਤਾ 'ਚ ਹੀ ਇਸੇ ਕਰਕੇ ਆਉਂਦੇ ਅਸੀਂ ਇਹਦੀ ਜਾਂਚ ਕਰਾਵਾਂਗੇ, ਕੋਈ ਜਾਂਚ ਨਹੀਂ ਹੁੰਦੀ, ਫਿਰ ਉਹ ਜਾ ਕੇ ਹਾਈ ਕੋਰਟ ਦੇ ਵਿੱਚ ਖੜ ਜਾਂਦੇ। ਸੋ ਇਹ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਬਹੁਤ ਮਾਯੂਸ ਕਰਦੀਆਂ, ਔਰ ਮੈਨੂੰ ਕਈ ਵਾਰੀ ਲੱਗਦਾ ਕਿ ਲੋਕਾਂ ਕੋਲੇ ਬਹੁਤ ਜ਼ਿਆਦਾ ਬਦਲ ਨਹੀਂ ਆ, ਲੈ ਦੇ ਕੇ ਉਹੀ ਰਵਾਇਤੀ ਪਾਰਟੀਆਂ ਤੇ ਉਹੀ ਰਵਾਇਤੀ ਲੀਡਰ। ਜੀ ਮਨਪ੍ਰੀਤ ਜੀ, ਇਸ ਮਾਮਲੇ ਦੇ ਵਿੱਚ ਆਪਣੇ ਸਾਥੀ ਕੁਲੀਗ ਜਰਨਲਿਸਟ ਰਾਜੀਵ ਭਾਸਕਰ ਨੇ ਕਾਫੀ ਮਿਹਨਤ ਕੀਤੀ ਹੋਈ ਆ। ਇੱਕ ਸਟੇਟਸ ਰਿਪੋਰਟ ਜਿਹੜੀ ਈਡੀ ਦੇ ਨਰਿੰਜਨ ਸਿੰਘ ਵੱਲੋਂ ਦਾਖਲ ਕੀਤੀ ਗਈ ਸੀਗੀ ਹਾਈ ਕੋਰਟ ਦੇ ਵਿੱਚ, ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਲਈ ਸਾਫ਼ ਗੱਲਾਂ ਲਿਖੀਆਂ ਗਈਆਂ ਨੇ। ਤਾਂ ਇਹੀ ਹਰਪ੍ਰੀਤ ਸਿੰਘ ਸਿੱਧੂ ਦੀ ਮੇਰੇ ਖਿਆਲ ਕਾਫੀ ਸਫ਼ਿਆਂ ਦੀ ਰਿਪੋਰਟ ਵੀ ਇੰਜ ਦੀ ਪਈ ਆ। ਇੱਕ ਇਹ ਵੀ ਸਵਾਲ ਖੜਾ ਹੋ ਗਿਆ ਸੀਗਾ ਕਿ ਆਖਰ ਇਨਵੈਸਟੀਗੇਸ਼ਨ ਅੱਗੇ ਕਿਉਂ ਨਾ ਵਧੀ, ਕਿਹੜੀਆਂ ਹਰਡਲ ਸੀਗੀਆਂ, ਕਿਹੜੀਆਂ ਕੇਂਦਰੀ ਜਾਂਚ ਏਜੰਸੀਆਂ ਦੇ ਮੂਹਰੇ ਵੱਡੀਆਂ ਤਾਕਤਾਂ ਖੜੀਆਂ ਹੋ ਗਈਆਂ, ਤੇ ਕਿਹੜੀਆਂ ਕੈਪਟਨ ਅਮਰਿੰਦਰ ਸਿੰਘ ਦੇ ਪੈਰਾਂ 'ਚ ਬੇੜੀਆਂ ਪੈ ਗਈਆਂ ਕਿ ਆਖਰ ਘੱਟੋ ਘੱਟ ਚਲੋ ਨੰਗੇ ਤਾਂ ਕਰ ਦਿੰਦੇ ਜਿਹੜੇ ਵੀ ਸੀਗੇ। ਅਗਲਿਆਂ ਤਾਂ ਕੋਸ਼ਿਸ਼ ਕੀਤੀ ਸੀਗੀ ਕਿ ਚਲੋ ਵੇਖੀਏ ਕਿੰਨੇ ਕੁ ਪਾਣੀ 'ਚ ਕੌਣ ਖੜਾ ਹੈ। ਮੈਨੂੰ ਲੱਗਦਾ ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਰਾਜਨੀਤੀ ਸੀ, ਕੈਪਟਨ ਅਮਰਿੰਦਰ ਸਿੰਘ ਨਾਲੋਂ ਤੇ ਉਹ ਇਸ ਮਾਮਲੇ 'ਚ ਬਿਹਤਰ ਸਾਬਤ ਹੋਏ ਸੀ। ਵੱਖਰੀ ਗੱਲ ਉਹਨਾਂ ਦੇ ਉੱਤੇ ਵੀ ਪ੍ਰੈਸ਼ਰ ਹੋਣਗੇ ਪਾਰਟੀ ਦੇ ਅੰਦਰੋਂ, ਲੇਕਿਨ ਕੁੱਲ ਮਿਲਾ ਕੇ ਇਹ ਸਾਰੇ ਦੇ ਸਾਰੇ ਜਿੰਨੇ ਦਸਤਾਵੇਜ਼ ਅੰਦਰ ਪਏ ਨੇ ਉਹਨਾਂ ਦੇ ਦਰਸ਼ਨ ਤਾਂ ਲੋਕਾਂ ਨੂੰ ਕਰਾਉਣੇ ਚਾਹੀਦੇ ਨਾ, ਕਿ ਕਿੱਥੋਂ ਕਿੱਥੋਂ ਤੱਕ ਗੱਲ ਵਧੀ ਤੇ ਕਿੱਥੇ ਰੋਕ ਲਈ ਗਈ, ਕਿਹਨੇ ਨੱਥ ਫੜ ਲਈ ਅੱਗੋਂ ਇਹ ਭੂਤਰੇ ਸਾਨ ਦੀ। ਪਤਾ ਲੱਗੇ ਨਾ, ਭੂਤਰਾ ਸਾਨ ਮੈਂ ਨਸ਼ੇ ਨੂੰ ਕਹਿਣਾ, ਕਿਹਨੇ ਨੱਥ ਫੜੀ, ਔਰ ਕਿਹੜੇ ਕਿਹੜੇ ਚਾਹੁੰਦੇ ਸੀਗੇ ਕਿ ਇਹਨੂੰ ਅਸੀਂ ਬੰਨ ਲਈਏ ਕਿੱਲੇ ਨਾਲ ਤਾਂ ਕਿ ਇਹਦੀ ਵਰਤੋਂ ਕਰਦੇ ਰਹੀਏ। ਹੁਣ ਇਹ ਸਵਾਲ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਤਾਂ ਦੇਣਾ ਪੈਣਾ। ਕਈ ਵਾਰੀ ਰਲੇ ਹੋਣ ਤੇ ਦੋਸ਼ ਵੀ ਲੱਗਦੇ ਰਹੇ, ਰਲੇ ਹੋਣ ਤੇ ਦੋਸ਼ ਜੇ ਸਮਝਣੇ ਹੋਣ ਤਾਂ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਅਦਾਲਤਾਂ ਦੇ ਵਿੱਚ ਇਹੋ ਜਿਹੀ ਨਮੋਸ਼ੀ ਝੱਲਣੀ ਪੈ ਰਹੀ ਹੈ, ਤੇ ਸਾਰੀਆਂ ਜਾਂਚ ਏਜੰਸੀਆਂ ਤੇ ਸਾਰੇ ਅਫਸਰ ਉਹ ਪਤਾ ਹੈ ਕਿ ਵੱਡੇ ਘਰ ਵੱਲ ਵੇਖਦੇ ਆ, ਤੇ ਕੈਪਟਨ ਅਮਰਿੰਦਰ ਸਿੰਘ 4.5 ਸਾਲ ਤੋਂ ਉਸ ਵੱਡੇ ਘਰ ਦੇ ਮੁਖੀ ਆ। ਕਿਹਦੇ ਤੇ ਦੋਸ਼ ਦਈਏ? ਤੁਸੀਂ ਕਹਿੰਦੇ ਮੈਂ ਦੁੱਧ ਧੋਤਾ, ਨਵਜੋਤ ਸਿੰਘ ਸਿੱਧੂ ਚੰਗਾ ਨਹੀਂ। ਚਲੋ ਨਵਜੋਤ ਸਿੰਘ ਸਿੱਧੂ ਲੱਖ ਮਾੜਾ, ਪਰ ਤੁਸੀਂ ਤਾਂ ਚੰਗੇਪਣ ਦਾ ਵਿਖਾਵਾ ਕਰੋ, ਜਾਂਦੇ ਜਾਂਦੇ ਕੋ ਟਿੱਪਣੀ ਫਿਰ ਖਤਮ ਕਰਦੇ ਆ। ਬਸ ਰੰਧਾਵਾ ਜੀ ਇਹੀ ਗੱਲ ਆ, ਕਿਉਂਕਿ ਤੁਸੀਂ ਵੈਸੇ ਤਾਂ ਆਲਰੇਡੀ ਸਮ ਅਪ ਕਰਤਾ, ਔਰ ਤੁਸੀਂ ਬੜੇ ਵਧੀਆ ਸ਼ਬਦਾਂ ਦੇ ਵਿੱਚ ਸਾਰੀ ਗੱਲ ਕਹਿਤੀ ਆ ਕਿ ਇਹ ਲੋਕ ਆਉਂਦੇ ਨੇ ਔਰ ਬਿਲਕੁਲ ਆਪਣਾ ਘਰ ਤਾਂ ਸੰਭਾਲ ਸਕਦੇ ਨੇ, ਆਪ ਮੁੱਖ ਮੰਤਰੀ ਬਣਦੇ ਨੇ, ਚਾਹੇ ਨਵਜੋਤ ਸਿੰਘ ਮਾੜਾ, ਨਵਜੋਤ ਸਿੰਘ ਸਿੱਧੂ ਮਾੜਾ ਜਾਂ ਚੰਗਾ, ਉਹ ਜੋ ਮਰਜ਼ੀ ਹੋਵੇ, ਜਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਜਿਹੜੀ ਆਪੋਜੀਸ਼ਨ ਪਾਰਟੀ ਆ, ਹਾਲਾਂਕਿ ਅਧਿਕਾਰਿਕ ਤੌਰ ਤੇ ਤਾਂ ਨਹੀਂ ਆ, ਉਹ ਚਾਹੇ ਜਿੰਨੀ ਚੰਗੀ ਮਾੜੀ ਹੋਵੇ, ਆਮ ਆਦਮੀ ਪਾਰਟੀ ਆਪਣੀ ਕਾਰਗੁਜ਼ਾਰੀ ਕਰਦੀ ਹੈ ਨਹੀਂ ਕਰਦੀ, ਲੇਕਿਨ ਤੁਸੀਂ ਤਾਂ ਸਰਕਾਰ ਚੋਂ, ਤੁਹਾਡੀ ਤਾਂ ਜ਼ਿੰਮੇਵਾਰੀ ਬਣਦੀ ਆ, ਤੁਸੀਂ ਤਾਂ ਨਾ ਉਂਗਲਾਂ ਚੁੱਕੋ। ਤੁਸੀਂ ਆ ਕੇ ਜਦੋਂ ਆਉਨੇ ਹੋ ਐਡੇ ਵੱਡਾ ਮੈਂਡੇਟ ਲੈ ਕੇ ਆਉਨੇ ਹੋ, ਲੋਕਾਂ ਦਾ ਪਿਆਰ ਲੈ ਕੇ ਆਉਨੇ ਹੋ, ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ, ਤੇ ਕਮ ਸੇ ਕਮ ਉਸ ਤੇ ਖਰੇ ਉਤਰੋ। ਅੱਜ ਤੁਸੀਂ ਬਹਾਨੇਬਾਜ਼ੀਆਂ ਕਰਕੇ ਕਦੇ ਕਿਸੇ ਨੂੰ ਦੋਸ਼ ਦਿੰਦੇ ਹੋ। ਸੋ ਇਸ ਦੀ ਜਿਹੜੀ ਜਾਂਚ ਆ ਹੋਣੀ ਚਾਹੀਦੀ ਹੈ। ਔਰ ਸਭ ਤੋਂ ਵੱਡੀ ਗੱਲ ਮੈਂ ਇਹ ਗੱਲ ਕਹੂੰਗਾ ਰੰਧਾਵਾ ਜੀ ਕਿ ਅਫਸਰ ਆ ਜਿਹੜੇ ਕੁਤਾਹੀਆਂ ਕਰਦੇ ਨੇ, ਜਾਂ ਇਹ ਜਿਹੜੀਆਂ ਜਿੰਨੀਆਂ ਵੀ ਉਹਨਾਂ ਨੂੰ ਜਾਂਚਾਂ ਦਿੱਤੀਆਂ ਜਾਂਦੀਆਂ, ਇਨਵੈਸਟੀਗੇਸ਼ਨ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਪੂਰਾ ਨਹੀਂ ਕਰਦੇ ਜਾਂ ਉਹਨਾਂ ਨੂੰ ਲੌਜੀਕਲ ਐਂਡ ਤੇ ਨਹੀਂ ਲੈ ਕੇ ਜਾਂਦੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਵੀ ਜਵਾਬਦੇਹ ਬਣਾਇਆ ਜਾਵੇ। ਇਕੱਲੇ ਪੋਲੀਟੀਸ਼ੀਅਨ ਨੂੰ ਜਵਾਬਦੇਹ ਬਣਾਉਣਾ ਠੀਕ ਨਹੀਂ ਰਹੇਗਾ, ਇਹ ਮੇਰਾ ਕਹਿਣਾ ਜੀ। ਬਿਲਕੁਲ ਇੰਸਪੈਕਟਰ ਇੰਦਰਜੀਤ ਫੜੇ ਗਏ, ਉਸ ਤੋਂ ਬਾਅਦ ਇੱਕ ਐਸਐਸਪੀ ਦਾ ਨਾਂ ਆਇਆ, ਕੁਝ ਵੱਡੇ ਅਧਿਕਾਰੀਆਂ ਦਾ ਨਾਂ ਆਇਆ, ਫਿਰ ਚਿੱਠੀਆਂ ਲਿਖੀਆਂ ਗਈਆਂ, ਫਲਾਣੇ ਤੋਂ ਜਾਂਚ ਨਾ ਕਰਾਓ, ਫਲਾਣੇ ਨਾਲ ਮੇਰੀ ਜਿਹੜੀ ਸ਼ਰੀਕੇਬਾਜ਼ੀ ਆ, ਫਲਾਣਾ ਮੈਨੂੰ ਜਾਣ ਕੇ ਫਸਾਉਂਦਾ। ਅਫਸਰਸ਼ਾਹੀ ਦੇ ਉੱਤੇ ਦੋਸ਼ ਲੱਗਣੇ ਸ਼ੁਰੂ ਹੋਏ ਤੇ ਫਿਰ ਉਸ ਤੋਂ ਬਾਅਦ ਹੋਰ ਹੱਥ ਕੁੱਟਿਆ ਗਿਆ। ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਖਰੀ ਸਵਾਲ ਕਰਕੇ ਬੰਦ ਕਰਦਾ। ਵੈਸੇ ਸਾਡੀ ਹੈਸੀਅਤ, ਸਾਡੀ ਔਕਾਤ ਕੀ ਹੈ ਏਡੇ ਵੱਡੇ ਬੰਦੇ ਨੂੰ ਸਵਾਲ ਕਰਨ ਦੀ, ਪਰ ਬੰਦਾ ਬਹੁਤ ਛੋਟਾ ਹੁੰਦਾ ਹੈ, ਸਾਨੂੰ ਪਤਾ, ਜਿੰਨਾ ਮਰਜ਼ੀ ਵੱਡਾ ਹੋਵੇ, ਰਾਜੇ ਜ਼ਿਆਦਾ ਡਰੇ ਹੁੰਦੇ ਆ। ਸੋ ਜੇ ਮੈਂ ਇਹ ਸਵਾਲ ਕਰਾਂ
ਕਿ ਕੈਪਟਨ ਸਾਹਿਬ ਜੇ ਤੁਹਾਡੇ ਪਰਿਵਾਰ ਦਾ ਕੋਈ ਜੀਅ ਵਿੱਚ ਸ਼ਾਮਲ ਨਹੀਂ, ਤੁਹਾਡਾ ਪੁੱਤ, ਕੋਈ ਤੁਹਾਡਾ ਪੋਤਰਾ, ਕੋਈ ਤੁਹਾਡਾ ਨਿਆਣਾ ਸ਼ਾਮਲ ਨਹੀਂ, ਤੁਹਾਡੀ ਪਾਰਟੀ ਦਾ ਕੋਈ ਬਹੁਤਾ ਵੱਡਾ ਬੰਦਾ ਸ਼ਾਮਲ ਨਹੀਂ ਜਿਹੜਾ ਤੁਹਾਡਾ ਮਜਬੂਰੀ ਆ, ਤਾਂ ਫਿਰ ਇਸ ਕੇਸ ਨੂੰ ਨੰਗਾ ਕਿਉਂ ਨਹੀਂ ਕਰ ਦਿੰਦੇ? ਤੁਸੀਂ 20 ਜਾਂ 25 ਦਿਨ ਜਾਂ ਮਹੀਨੇ ਦਾ ਟਾਈਮ ਦੇ ਕੇ ਕੁਝ 10-20 ਅਫਸਰ, ਵੱਡੇ ਅਫਸਰਾਂ ਦੀ, ਕਾਬਲ ਅਫਸਰਾਂ ਦੀ ਟੀਮ ਕਿਉਂ ਨਹੀਂ ਲਾਉਂਦੇ? ਕਿਉਂ ਨਹੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੇ? ਲੋਕਾਂ ਨੇ ਪੁੱਤ ਮਰਵਾਏ ਨੇ, ਆ ਨਾੜਾਂ ਦੇ ਵਿੱਚ ਟੀਕੇ ਲੱਗੇ ਰਹਿ ਗਏ, ਲੋਕਾਂ ਨੂੰ ਲਾਸ਼ਾਂ ਜਿਹੜੀਆਂ ਨੇ ਉਹ ਕਾਲੀਆਂ ਕਾਲੀਆਂ ਮਿਲੀਆਂ। ਮੈਂ ਤਾਂ ਇਹ ਵੀ ਸਵਾਲ ਕਰਦਾ ਕਿ ਤੁਹਾਡੇ ਰਾਜ ਵਿੱਚ ਬੜੇ ਕੁਕਰਮ ਹੋਏ ਆ। ਤੁਹਾਡੇ ਤੋਂ ਪਹਿਲਾਂ ਬਾਦਲ ਸੀਗੇ, ਉਸ ਤੋਂ ਬਾਅਦ ਤੁਸੀਂ ਸੀ, ਉਸ ਤੋਂ ਪਹਿਲਾਂ ਵੀ ਤੁਸੀਂ ਸੀ। ਸਵਾਲ ਇਹ ਆ ਕਿ ਜਿੰਨੇ ਲੋਕ ਮਰੇ ਆ ਉਹਨਾਂ ਦੀ ਜ਼ਿੰਮੇਵਾਰੀ ਕਿਹਦੇ ਤੇ ਆਇਦ ਹੋਊਗੀ? ਤੁਹਾਡੇ ਕੋਲ ਢਾਂਚਾ ਸੀ, ਪ੍ਰਸ਼ਾਸਨ ਸੀ, ਲੋਕ ਨਸ਼ੇ ਨਾਲ ਵੀ ਮਰਦੇ ਰਹੇ, ਫਿਰ ਲੋਕਾਂ ਨੇ ਆਪਣੇ ਪੁੱਤ ਬਾਹਰ ਨੂੰ ਕੱਢਣੇ ਸ਼ੁਰੂ ਕਰਤੇ। ਇਹ ਸਾਰੀ ਕਵਾਇਦ ਦੇ ਵਿੱਚ ਜ਼ਿੰਮੇਵਾਰੀ ਫਿਕਸ ਹੁੰਦੀ ਤੁਹਾਡੇ ਤੇ ਹੁੰਦੀ ਹੈ। ਲਓਗੇ ਨਹੀਂ ਲਓਗੇ, ਲੇਕਿਨ ਇਤਿਹਾਸ ਵਿੱਚ ਜ਼ਰੂਰ ਫਿਕਸ ਹੋਊਗੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।